जितनियां भी वारां मिलदियां जे असीं ध्यान नाल उहनूं देखीए तो वारां जिहड़ियां है पहले पौड़ियां के रूप च सी। ਇਹ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਕੰਪਾਈਲੇਸ਼ਨ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਦੇ ਵਾਰਾਂ ਦੇ ਜਿਹੜੇ ਪੌੜੀਆਂ ਦੇ ਨਾਲ ਮਿਲ ਰਲਵੇਂ ਸਲੋਕ ਸੀ ਉਹ ਸਲੋਕਾਂ ਨੂੰ ਉਹਨਾਂ ਦੇ ਨਾਲ ਜੋੜ ਕੇ ਵਾਰਾਂ ਤਿਆਰ ਕੀਤੀਆਂ। ਜਿਵੇਂ ਆਸਾ ਦੀ ਵਾਰ ਪੜ੍ਹਦੇ ਹਾਂ ਤੇ ਆਸਾ ਦੀ ਵਾਰ ਮਹਿਲਾ ਪਹਿਲਾ ਦੀ ਤੇ ਲੇਕਿਨ ਉਹਦੇ 'ਚ ਮਹਿਲਾ ਦੂਜਾ ਮਹਿਲਾ ਤੀਜਾ ਦੇ ਵੀ ਸ਼ਲੋਕ ਮਿਲਦੇ ਨੇ। ਇਸੇ ਤਾਂ ਇਹ ਵਾਰ ਦਾ ਜਿਹੜਾ ਸਿਰਲੇਖ ਹੈਗਾ ਇਹ ਬਿਹਾਗੜੇ ਕੀ ਵਾਰ ਬਿਹਾਗੜੇ ਰਾਗ ਦੇ ਵਿੱਚ ਮਹਿਲਾ ਤੀਜਾ ਬਿਹਾਗੜਾ ਮਹਿਲਾ ਚੌਥਾ ਬਿਹਾਗੜੇ ਕੀ ਵਾਰ ਮਹਿਲਾ ਚੌਥਾ ਇਹਦਾ ਟਾਈਟਲ ਹੈ ਲੇਕਿਨ ਇਹ ਸ਼ਲੋਕ ਜਿਹੜਾ ਮਹਿਲਾ ਤੀਜਾ ਦਾ ਇਸੇ ਬਿਹਾਗੜੇ ਦੀ ਵਾਰ ਦੇ ਵਿੱਚ ਸਾਰੇ ਸ਼ਲੋਕ ਮਿਲਦੇ ਨੇ। ਮਹਿਲਾ ਦੂਜਾ ਦੇ ਵੀ ਮਿਲਦੇ ਨੇ ਮਹਿਲਾ ਪਹਿਲਾ ਦੇ ਵੀ ਮਹਿਲਾ ਤੀਜਾ ਦੇ ਵੀ ਕਬੀਰ ਸਾਹਿਬ ਦੇ ਵੀ ਸ਼ਲੋਕ ਇਹਦੇ ਵਿੱਚ ਹੈਗੇ। ਸੋ ਇਹ ਸਾਰੇ ਸ਼ਲੋਕਾਂ ਦਾ ਇੱਕ ਸੈੱਟ ਜੋ ਪੌੜੀਆਂ ਫਿਰ ਨਾਲ ਉਹਦੇ ਪੌੜੀਆਂ ਹੈਗੀਆਂ ਜਿਸ ਤਰ੍ਹਾਂ ਆਸਾ ਦੀ ਵਾਰ ਦੇ ਵਿੱਚ ਸ਼ਲੋਕ ਫਿਰ ਪੌੜੀ ਮਿਲਦੀ ਹੈ ਇਸ ਤਰ੍ਹਾਂ ਹੀ ਇਹ ਪੂਰਾ ਕੰਪਲੀਟ ਸੈੱਟ ਹੈਗਾ ਬਿਹਾਗੜਾ ਰਾਗ ਦੇ ਵਿੱਚ। ਇਹ ਬਿਹਾਗੜਾ ਰਾਗ ਇਸ ਕਰਕੇ ਮੈਂ ਜ਼ਿਕਰ ਕੀਤਾ ਕਿਉਂਕਿ ਆਸਾ ਦੀ ਵਾਰ ਦੀ ਜਿਹੜੀ ਗੱਲ ਹੈ ਨਾ ਇਹਨੂੰ ਵੀ ਕਈ ਵਾਰੀ ਅੱਜ ਸੁਣਨ 'ਚ ਆਇਆ ਕਿ ਇਹਨੂੰ ਜਿਸ ਤਰ੍ਹਾਂ ਸੁਖਮਨੀ ਸਾਹਿਬ 'ਚ ਅਸੀਂ ਕਹਿੰਦੇ ਨਾ ਕਿ ਇਹ ਸੁੱਖਾਂ ਦੀ ਬਾਣੀ ਹੈ ਸੁੱਖ ਦੇਣ ਵਾਲੀ ਬਾਣੀ ਹੈ ਅਤੇ IB ਸਿੰਘ ਜੀ ਕਹਿੰਦੇ ਹੁੰਦੇ ਨੇ ਕਿ ਬਾਕੀ ਬਾਣੀ ਕਿਆ ਦੁੱਖ ਦਿੰਦੀ ਹੈ ਇਹ ਸੁੱਖ ਦਿੰਦੀ ਹੈ ਕਿਉਂਕਿ ਸਾਰੀ ਬਾਣੀ ਇੱਕ ਸੁੱਖ ਦੇਣ ਵਾਲੀ ਹੈ ਅਤੇ ਇਸ ਪਰਟੀਕੂਲਰ ਅਸੀਂ ਸਪੈਸੀਫਿਕ ਕਿਉਂ ਕਹਿੰਦੇ ਕਿ ਇਹ ਹੀ ਸੁੱਖ ਦਿੰਦੀ ਹੈ ਅਤੇ ਉਹਨੂੰ ਅਸੀਂ ਉਸ ਇੰਟੈਂਸ਼ਨ ਨਾਲ ਪੜ੍ਹਦੇ ਅਤੇ ਆਸਾ ਦੀ ਵਾਰ ਨੂੰ ਵੀ ਇਸ ਤਰੀਕੇ ਨਾਲ ਕਿਹਾ ਜਾਣ ਲੱਗਿਆ ਕਿ ਇਹ ਸਾਰੀਆਂ ਆਸਾਂ ਪੂਰਾ ਕਰਨ ਵਾਲੀ ਹੈ ਇਹ ਪੜ੍ਹੋ ਅਤੇ ਸਾਰੀ ਆਸਾਂ ਪੂਰੀਆਂ ਹੁੰਦੀਆਂ। ਸੋ ਇਹ ਇਸ ਤਰ੍ਹਾਂ ਦੇ ਭੁਲੇਖੇ ਵੀ ਪੈ ਰਹੇ ਨੇ ਲੇਕਿਨ ਆਸਾ ਰਾਗ ਔਰ ਬਿਹਾਗੜਾ ਇੱਕ ਰਾਗ ਹੈ ਇਹ ਉਸ ਵਾਰ ਉਸ ਰਾਗ ਦੇ ਅਧੀਨ ਹੈ। ਬੜਾ ਕਾਮਨ ਪੜ੍ਹਿਆ ਜਾਣ ਵਾਲਾ ਸ਼ਬਦ ਹੈਗਾ ਖਾਸ ਤੌਰ 'ਤੇ ਜਦੋਂ ਸਾਡੀ ਭੋਗ ਦੇ ਟਾਈਮ 'ਤੇ ਆਮ ਤੌਰ 'ਤੇ ਸ਼ਬਦ ਪੜ੍ਹਿਆ ਜਾਂਦਾ। ਸ਼ਬਦ ਦੇ ਅਗਰ ਲਫ਼ਜ਼ੀ ਅਰਥ ਸਮਝੀਏ ਤਾਂ ਬੜੇ ਹੀ ਸਿੰਪਲ ਲਫ਼ਜ਼ ਹੈਗੇ ਨੇ। ਕਿਆ ਜਾਣਾ ਕਿਉਂ ਮਰਾਂਗੇ ਕੈਸਾ ਮਰਨਾ ਹੋਏ। ਨਹੀਂ ਪਤਾ ਸਾਨੂੰ ਨਹੀਂ ਪਤਾ ਕਿ ਅਸੀਂ ਕਿਸ ਤਰ੍ਹਾਂ ਮਰਾਂਗੇ ਸਾਡੀ ਡੈਥ ਕਿਸ ਤਰ੍ਹਾਂ ਹੋਏਗੀ ਕਿੱਥੇ ਹੋਏਗੀ ਕਿਸ ਟਾਈਮ ਹੋਏਗੀ ਸਾਨੂੰ ਨਹੀਂ ਪਤਾ ਉਹ ਮਰਨਾ ਕੈਸਾ ਹੋਏਗਾ। ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਪਰਮਾਤਮਾ ਨੂੰ ਮਨੋਂ ਨਾ ਵਿਸਰਦਾ ਹੋਏ ਜੇ ਉਹਦੇ ਨਾਲ ਇਕਮਿਕਤਾ ਹੋਏ ਜਾਂ ਪਰਮਾਤਮਾ ਮਨੋਂ ਨਾ ਵਿਸਰੇ ਤਾਂ ਇਹ ਮਰਨਾ ਜਿਹੜਾ ਨਾ ਉਹ ਸੌਖਾ ਹੋ ਜਾਂਦਾ ਜਿਹੜੇ ਸਾਹ ਜਿਹੜੇ ਨੇ ਉਹ ਬੜੇ ਸੌਖੇ ਨਿਕਲਦੇ ਨੇ ਆਸਾਨ ਹੋ ਜਾਂਦਾ ਮਰਨਾ। ਮਰਨੇ ਤੇ ਜਗਤ ਡਰੇ ਜੀਵਿਆ ਲੋੜੇ ਸਭ ਕੋਏ। ਮਰਨ ਤੋਂ ਸਾਰੇ ਡਰਦੇ ਨੇ ਔਰ ਸਭ ਚਾਹੁੰਦੇ ਨੇ ਕਿ ਜ਼ਿੰਦਗੀ ਮਿਲੇ। ਗੁਰ ਪ੍ਰਸਾਦੀ ਜੀਵਤ ਮਰੇ ਹੁਕਮੇ ਬੂਝੈ ਸੋਏ। ਜਿਹਨੇ ਹੁਕਮ ਨੂੰ ਬੁੱਝ ਲਿਆ ਉਹ ਮਰ ਸਕਦਾ ਬੜੇ ਆਰਾਮ ਨਾਲ ਉਹਦਾ ਮਰਨਾ ਆਰਾਮ ਨਾਲ ਹੈ। ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ। ਜਿਹੜਾ ਇਸ ਤਰ੍ਹਾਂ ਆਰਾਮ ਨਾਲ ਮਰ ਜਾਂਦਾ ਜਿਹਦੀ ਮੌਤ ਬੜੀ ਸੌਖੀ ਹੁੰਦੀ ਉਹਦਾ ਸਮਝੋ ਕਿ ਜੀਵਨ ਬੜਾ ਵਧੀਆ ਸੀ। ਇਹਦੇ ਲਫ਼ਜ਼ੀ ਅਰਥ ਬੜੇ ਸੌਖੇ ਬਣਦੇ ਨੇ ਲੇਕਿਨ ਜੇ ਅਸੀਂ ਥੋੜ੍ਹਾ ਜਿਹਾ ਇਹਨੂੰ ਕੁਐਸਚਨ ਫਾਰਮ ਦੇ ਵਿੱਚ ਦੇਖੀਏ ਇਹ ਹੁਣੇ ਇੱਕ ਮੂਵੀ ਬੜੀ ਫੇਮਸ ਹੋਈ ਹੈ ਚਾਰ ਸਾਹਿਬਜ਼ਾਦੇ ਤੁਸੀਂ ਸਾਰਿਆਂ ਨੇ ਤਕਰੀਬਨ ਦੇਖੀ ਹੋਣੀ ਹੈ। ਉਹ ਸਾਹਿਬਜ਼ਾਦਿਆਂ ਦੀ ਜ਼ਿੰਦਗੀ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹ ਪਰਿਵਾਰਕ ਜੀਵਨ ਗੁਰਬਾਣੀ ਦੇ ਨਾਲ ਪੂਰੀ ਇਕਮਿਕਤਾ ਉਹਨਾਂ ਦੇ ਨਾਲ ਪੂਰੀ ਪਰਿਵਾਰ ਜਿਹੜਾ ਹੈ ਗੁਰਬਾਣੀ ਦੇ ਨਾਲ ਰਚਿਆ ਵਚਿਆ ਗੁਰਬਾਣੀ ਉਹਨਾਂ ਦੇ ਬਿਲਕੁਲ ਸਾਹਾਂ ਵਿੱਚ ਵਸੀ ਹੋਈ ਸੀ ਉਹਨਾਂ ਦਾ ਜੀਵਨ ਜੋ ਦਿਖਾਇਆ ਉਹਦੇ 'ਚ। ਲੇਕਿਨ ਜਿਹੜੀ ਉਹਨਾਂ ਦੀ ਸ਼ਹੀਦੀ ਦਿਖਾਈ ਹੈ ਉਹਨੂੰ ਕਹਾਂਗੇ ਸੌਖੀ ਮੌਤ ਹੈ ਬੜੀ ਔਖੀ ਹੈ। ਲੋਕਾਂ ਦੇ ਕਿੰਨੀ ਭਾਵਨਾ ਦੇ ਵਿੱਚ ਉਹ ਵਹਿ ਜਾਂਦੇ ਨੇ ਜਦੋਂ ਮੂਵੀ ਨਿਕਲ ਕੇ ਦੇਖੇ ਨੇ ਬੜੇ ਇਮੋਸ਼ਨਲ ਹੁੰਦੇ ਨੇ ਲੋਕੀ ਦੇਖੇ ਨੇ ਉਹਨੂੰ ਅਸੀਂ ਸੌਖੀ ਮੌਤ ਤਾਂ ਨਹੀਂ ਕਹਿ ਸਕਦੇ ਨਾ। ਸਿਰਫ ਸਾਹਿਬਜ਼ਾਦਿਆਂ ਦਾ ਨਹੀਂ ਹੋਰ ਐਗਜ਼ਾਮਪਲ ਲਈਏ ਭਾਈ ਮਨੀ ਸਿੰਘ ਜੀ ਦਾ ਬੰਦ ਕੱਟੇ ਜਾਣਾ ਕਿਆ ਇਹ ਸੌਖਾ ਹੈ। ਇਸ ਤੋਂ ਔਖਾ ਤੇ ਮਤਲਬ ਕੁਝ ਹੋ ਹੀ ਨਹੀਂ ਸਕਦਾ। ਬਾਬਾ ਬੰਦਾ ਸਿੰਘ ਬਹਾਦਰ ਜਿੰਦੇ ਜੀ ਉਹਨਾਂ ਦੀ ਅੱਖਾਂ ਕੱਢ ਲਿੱਤੀਆਂ ਗਈਆਂ ਸੀ ਇਤਿਹਾਸ ਸਾਰਾ ਜਾਣਦੇ ਹਾਂ। ਗਰਮ ਜਮਹੂਰੀਆਂ ਦੇ ਨਾਲ ਉਹਨਾਂ ਦਾ ਮਾਸ ਖੋਇਆ ਗਿਆ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਹੀਦੀ ਹੋਈ ਹੈ ਦਿਲ ਦਹਿਲਾ ਦੇਣ ਵਾਲੀ ਉਹ ਸੀਨ ਹੈਗਾ। ਇਹ ਸਾਰੀਆਂ ਮੂਵੀਜ਼ ਬਣ ਰਹੀਆਂ ਧੀਰੇ ਆਉਣਗੀਆਂ ਅਤੇ ਅੱਜ ਹਾਂ। ਸੋ ਇਸ ਤੋਂ ਇਲਾਵਾ ਕਦੀ ਅਹਿਸਾਸ ਕਰੀਏ ਨਾ ਥੋੜ੍ਹਾ ਜਿਹਾ ਕਿ ਇੱਕ ਪਿੰਨ ਲਈਏ ਔਰ ਆਪਣੇ ਇੱਥੇ ਨਾ ਮੱਥੇ ਦੇ ਇਸ ਤਰ੍ਹਾਂ ਥੋੜ੍ਹੀ ਜਿਹੀ ਦਬਾ ਕੇ ਉਹਨੂੰ ਚੁੱਭਣ ਦੀ ਕੋਸ਼ਿਸ਼ ਕਰੀਏ ਔਰ ਇਸ ਪੇਨ ਨੂੰ ਉਸ ਪੇਨ ਦੇ ਨਾਲ ਰਿਲੇਟ ਕਰੀਏ ਕਿ ਜਦੋਂ ਭਾਈ ਮਨੀ ਸਿੰਘ ਦੇ ਸਿਰ 'ਤੇ ਆਰਾ ਚੱਲ ਰਿਹਾ ਹੋਏਗਾ ਮਤੀਦਾਸ ਜੀ ਭਾਈ ਮਤੀਦਾਸ ਜੀ ਦੇ ਸਿਰ 'ਤੇ ਜਦੋਂ ਆਰਾ ਚੱਲ ਰਿਹਾ ਹੋਏਗਾ ਉਸ ਪੇਨ ਨੂੰ ਥੋੜ੍ਹਾ ਜਿਹਾ ਫੀਲ ਕਰਨ ਦੀ ਕੋਸ਼ਿਸ਼ ਕਰੀਏ ਤੇ ਕਿਆ ਉਹ
मौत सौखी है, मतलब वो अंदर रूह कम जाए इंसान की कि वो किस तरीके की वो शहीदी हुई होगी। और यह तो सिर्फ थोड़े एग्जाम्पल ने, पता नहीं ऐसे कितने ही हज़ारां शहीद होए ने जिन्हां दे नाम भी सानू नहीं पता। भाई तारू सिंह जी या होर कितने ही नाम ने जिन्हां ऐसे ने जिहड़े कि नाम भी चेते च नहीं है, वो इतिहास च नहीं आए। वो सिर्फ सिखां की गल करदे हां, गुरु अर्जन पातशाह की शहीदी जिहड़ी हुई है, क्या वो सौखी सी? क्या असीं कह सकते हैं कि उन्होंने अंदर गुरबाणी का किसी, जो असीं कहने जेकर साहिब मनो ना विसरै, गुरु तेग बहादुर साहब की। सो ਜਦੋਂ इस तरीके ਦੇ ਨਾਲ ਇਸ ਕੁਐਸਚਨ ਫਾਰਮ ਦੇ ਵਿੱਚ ਅਸੀਂ ਸ਼ਬਦ ਨੂੰ ਪੜ੍ਹਦੇ ਹਾਂ ਤੇ ਫਿਰ ਸਾਨੂੰ ਉਹਦੇ ਅਰਥ ਕੁਝ ਹੋਰ ਮਿਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਸਾਡੀ ਕੁਐਸਚਨਿੰਗ ਸ਼ੁਰੂ ਹੁੰਦੀ ਹੈ ਕਿ ਆਖਿਰ ਇਹ ਜਦੋਂ ਲਿਖਿਆ ਹੈ ਤੇ ਇਹ ਗਲਤ ਨਹੀਂ ਹੋ ਸਕਦਾ, ਤੇ ਗੁਰਬਾਣੀ ਕੋਈ ਗਹਿਰੀ ਗੱਲ ਕਰਦੀ ਹੈ। ਫਿਰ ਉਸ ਤਰੀਕੇ ਦੇ ਨਾਲ ਸਾਨੂੰ ਉਸ ਐਂਗਲ ਤੋਂ ਸੋਚਣਾ ਪੈਂਦਾ ਹੈ ਕਿ ਇਹ ਆਖਿਰ ਸ਼ਬਦ ਦੇ ਭਾਵ ਅਰਥ ਕੀ ਨੇ। ਫਿਰ ਅਸੀਂ ਭਾਵ ਅਰਥ ਤੱਕ ਡੂੰਘਾਈ ਤੱਕ ਜਾਂਦੇ ਹਾਂ, ਨਹੀਂ ਤੇ ਉੱਤੇ ਉੱਤੇ ਰਹੇ ਨੇ ਲਫ਼ਜ਼ੀ ਅਰਥ ਰਹੇ ਨੇ ਸਿਰਫ। ਮੌਤ ਦੀ ਜਦੋਂ ਗੱਲ ਕਰਦੇ ਆ ਨਾ ਘਰਾਂ ਦੇ ਵਿੱਚ, ਤੇ ਆਮ ਤੌਰ ਤੇ ਕੋਈ ਗੱਲ ਕਰਦਾ ਨਾ ਤੇ ਉਹਨੂੰ ਚੁੱਪ ਹੀ ਕਰਾ ਦਿੱਤਾ ਜਾਂਦਾ। ਨਹੀਂ ਨਹੀਂ ਨਹੀਂ, ਇਹ ਗੱਲਾਂ ਨਾ ਕਰਿਆ ਕਰੋ ਮਰਨ ਦੀਆਂ। ਤਰਕਾਲਾ ਵੇਲੇ ਹੋਏ ਜਾਂ ਕਿਸੇ ਵੇਲੇ ਵੀ ਹੋਏ, ਗੱਲ ਮੌਤ ਦੀ ਸ਼ੁਰੂ ਹੁੰਦੀ ਹੈ ਤੇ ਉਹਨੂੰ ਚੁੱਪ ਕਰਾਤਾ ਜਾਂਦਾ। ਨਹੀਂ ਨਹੀਂ, ਇਹ ਗੱਲ ਨਾ ਕਰਿਆ ਕਰੋ। ਇਹ ਗੱਲਾਂ ਹੁੰਦੀਆਂ ਨਾ, ਲੇਕਿਨ ਇਹ ਗੱਲ ਕਿਉਂ ਹੁੰਦੀ ਹੈ, ਕਿਉਂ ਚੁੱਪ ਕਰਾ ਦਿੱਤਾ ਜਾਂਦਾ? ਉਹਦੇ ਮੈਨੂੰ ਲੱਗਦਾ ਕਿ ਦੋ ਕਾਰਨ ਨੇ। ਇੱਕ ਤਾਂ ਹਰ ਇਨਸਾਨ ਜਿਹੜਾ ਨਾ ਉਹ ਮੌਤ ਦੇ ਨਾਮ ਤੋਂ ਹੀ ਡਰਦਾ, ਇਹ ਨਾਮ ਵੀ ਨਹੀਂ ਲੈਣਾ ਚਾਹੀਦਾ, ਠੀਕ ਹੈ, ਇਹ ਮੌਤ ਦਾ ਨਾਮ ਲੈਣ ਤੋਂ ਵੀ ਡਰਦਾ ਇਨਸਾਨ। ਉਹ ਦੂਸਰੀ ਕਾਰਨ ਹੈਗਾ ਕਿ ਜਦੋਂ ਮੌਤ ਦੀ ਜਦੋਂ ਗੱਲ ਹੁੰਦੀ ਹੈ ਨਾ, ਇਹ ਕਿਤੇ ਨਾ ਕਿਤੇ ਨਿਰਾਸ਼ਤਾਵਾਦੀ ਦੀ ਗੱਲ ਸਮਝ ਆਉਂਦੀ ਹੈ ਕਿ ਜੋ ਗੱਲ ਮੌਤ ਦੀ ਕਰਦਾ ਰਹਿੰਦਾ ਨਾ, ਉਹ ਕਿਤੇ ਨਾ ਕਿਤੇ ਜਿਹੜਾ ਬੰਦਾ ਵਾਰ-ਵਾਰ ਕਹਿੰਦਾ ਨਾ ਕਿ ਬਸ ਮਰ ਜਾਣਾ ਇਹ ਉਹ ਕਿਤੇ ਨਾ ਕਿਤੇ ਉਹਦੇ ਜੀਵਨ ਦੇ ਵਿੱਚ ਡਿਪਰੈਸ਼ਨ ਜਾਂ ਨਿਰਾਸ਼ਾਵਾਦੀ ਦੀ ਗੱਲ ਹੈਗੀ ਹੈ। ਉਹ ਕਿਤੇ ਨਾ ਕਿਤੇ ਉਹ ਨਿਰਾਸ਼ ਹੈਗਾ। ਔਰ ਜਿਹੜੇ ਜੀਵਨ ਤੋਂ ਨਿਰਾਸ਼ ਹੁੰਦੇ ਨੇ ਨਾ, ਉਹ ਨਿਰਾਸ਼ ਹੁੰਦੇ ਹੁੰਦੇ ਆਖਿਰ ਉਹ ਸੁਸਾਈਡ ਤੇ ਪਹੁੰਚ ਜਾਂਦੇ ਨੇ। ਜਿਤਨੇ ਵੀ ਸੁਸਾਈਡਸ ਹੁੰਦੀਆਂ ਨਾ, ਜਿਹੜੇ ਗੱਡੀਆਂ ਥੱਲੇ ਸਿਰ ਦਿੰਦੇ ਉਹਨਾਂ ਜੀਵਨ ਤੋਂ ਨਿਰਾਸ਼ ਹੀ ਹੁੰਦੇ ਨੇ। ਜਿਹੜੇ ਜ਼ਹਿਰ ਖਾਂਦੇ ਨੇ ਉਹ ਜੀਵਨ ਤੋਂ ਉਪਰਾਮ ਹੀ ਹੁੰਦੇ ਨੇ, ਅਦਰਵਾਈਜ਼ ਕੋਈ ਮਰਨਾ ਨਹੀਂ ਚਾਹੁੰਦਾ। ਸੋ ਇਹ ਕਾਰਨ ਹੈ ਕਿ ਲੋਕੀ ਜਿਹੜੇ ਨੇ ਮੌਤ ਦੀ ਗੱਲ ਵੀ ਕਰਨਾ ਨਹੀਂ ਚਾਹੁੰਦੇ, ਔਰ ਉਸ ਕਿਉਂਕਿ ਇਹ ਨਿਰਾਸ਼ਤਾਵਾਦੀ ਦੀ ਢੈਂਦੀ ਕਲਾ ਦੀ ਨਿਸ਼ਾਨੀ ਹੈਗੀ ਹੈ। ਲੇਕਿਨ ਜਦੋਂ ਗੁਰਬਾਣੀ ਪੜ੍ਹਦੇ ਹਾਂ ਤਾਂ ਕਬੀਰ ਸਾਹਿਬ ਕਹਿੰਦੇ ਨੇ ਮੋਏ ਮਰਨੇ ਕਾ ਚਾਅ ਹੈ, ਉੱਥੇ ਕਹਿੰਦੇ ਮੈਨੂੰ ਚਾਅ ਹੈ ਬੜਾ ਮਰਨ ਦਾ। ਇਹ ਕਿਆ ਨਿਰਾਸ਼ਤਾਵਾਦੀ ਹੈ? ਜਿਸ ਮਰਨੇ ਤੇ ਜਗਦੇ ਮੇਰੇ ਮਨ ਆਨੰਦ, ਉਹ ਕਹਿੰਦੇ ਨੇ ਇਹਦੇ 'ਚ ਆਨੰਦ ਹੈ। ਇੱਕ ਮਤਲਬ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਅੰਦਰ ਇੱਕ ਕਿਉਰਿਓਸਿਟੀ ਜਗਦੀ ਹੈ ਕਿ ਕੀ ਹੈਗਾ ਇੱਥੇ। ਨਿਰਾਸ਼ਤਾਵਾਦੀ ਦੀ ਕੋਈ ਗੱਲ ਹੀ ਨਹੀਂ ਇੱਥੇ। ਨਾਨਕ ਭਗਤਾ ਸਦਾ ਵਿਕਾਸ ਦੀ ਗੱਲ ਕੀਤੀ ਹੈ, ਲੇਕਿਨ ਫਿਰ ਕੋਈ ਨਾ ਕੋਈ ਇਹਦੀ 'ਚ ਰਮਜ਼ ਹੈਗੀ ਹੈ ਇਸ ਗੱਲ ਦੇ ਵਿੱਚ। ਤੇ ਮੌਤ ਦੀ ਡੈਫੀਨੇਸ਼ਨ ਅਸੀਂ ਕਿਸੇ ਨੂੰ ਪੁੱਛੀਏ ਨਾ ਕਿ ਮੌਤ ਦੀ ਕੀ ਡੈਫੀਨੇਸ਼ਨ ਹੈ, ਤੇ ਸਪੈਸੀਫਿਕਲੀ ਮੌਤ ਦੀ ਡੈਫੀਨੇਸ਼ਨ ਮੈਨੂੰ ਨਹੀਂ ਲੱਭਦੀ ਕਿ ਕੋਈ ਮੌਤ ਦੀ ਡੈਫੀਨੇਸ਼ਨ ਦੇ ਸਕੇ। ਮੌਤ ਦੀ ਡੈਫੀਨੇਸ਼ਨ ਕੇਵਲ ਤੇ ਕੇਵਲ ਇੱਕੋ ਬਣਦੀ ਹੈ ਕਿ ਜਿੱਥੇ ਜ਼ਿੰਦਗੀ ਨਹੀਂ ਹੈ ਨਾ ਉੱਥੇ ਮੌਤ ਹੈ, ਉਹ ਮਨ ਸਮਝੋ ਮੌਤ ਹੈ। ਅਦਰਵਾਈਜ਼ ਮੌਤ ਦੀ ਸਪੈਸੀਫਿਕ ਡੈਫੀਨੇਸ਼ਨ ਮੌਤ ਨੂੰ ਲੈ ਕੇ ਨਹੀਂ ਹੁੰਦੀ। ਮੌਤ ਦੀ ਡੈਫੀਨੇਸ਼ਨ ਉਹਨੂੰ ਵਿਖਿਆਨ ਕਰਨਾ ਹੋਵੇ ਤਾਂ ਸਿਰਫ ਇਹੀ ਹੈ ਕਿ ਇਹਦੇ 'ਚ ਜ਼ਿੰਦਗੀ ਨਹੀਂ ਹੈ, ਕੋਈ ਜੀਵਨ ਨਹੀਂ ਹੈ, ਇਹ ਸਮਝੋ ਮਰ ਗਿਆ। ਜਦੋਂ ਡੈਡ ਵੀ ਹੁੰਦਾ ਨੇ, ਸਾਹਮਣੇ ਡੈਡ ਬੋਡੀ ਦੀ ਗੱਲ ਕੀਤੀ, ਡੈਡ ਬੋਡੀ ਵੀ ਜਦੋਂ ਡਾਕਟਰ ਆ ਕੇ ਡਿਕਲੇਅਰ ਤਾਂ ਹੀ ਕਰਦਾ ਜਦੋਂ ਦੇਖਦਾ ਹੈ ਕਿ ਨਬਜ਼ ਚੱਲਣੀ ਬੰਦ ਹੋ ਗਈ, ਹਾਰਟ ਬੀਟ ਰੁਕ ਗਈ ਹੈ, ਬਲੱਡ ਸਰਕੂਲੇਸ਼ਨ ਬੰਦ ਹੋ ਗਿਆ, ਤਾਂ ਉਹ ਡੈਥ ਡਿਕਲੇਅਰ ਕਰਦਾ। ਮਤਲਬ ਕੋਈ ਜਿਹੜੀ ਚੱਲ ਰਹੀ ਚੀਜ਼ ਹੈ, ਜਿਹੜੀ ਰਵਾਨਗੀ ਹੈ, ਉਹ ਕਿਤੇ ਰੁਕ ਜਾਂਦੀ ਹੈ, ਇਹਨੂੰ ਕਹਿੰਦੇ ਨੇ ਕਿ ਡੈਥ ਹੋ ਗਈ ਹੈ, ਤਾਂ ਉਹ ਡਿਕਲੇਅਰ ਕਰਦਾ ਕਿ ਬੰਦਾ ਡੈਡ ਹੋ ਗਿਆ। ਲੇਕਿਨ ਜਦੋਂ ਗੁਰਬਾਣੀ ਅਸੀਂ ਪੜ੍ਹਦੇ ਹਾਂ, ਗੁਰਬਾਣੀ ਇਸ ਤੋਂ ਅੱਗੇ ਦੀ ਗੱਲ ਕਰਦੀ ਹੈ। ਅਸੀਂ ਸਿਰਫ ਸਰਫੇਸ ਮੀਨਿੰਗ ਕਰੀਏ ਔਰ ਸਰਫੇਸ ਸਿਰਫ ਆਪਣੇ ਜੀਵਨ ਤੱਕ ਔਰ ਆਪਣੇ ਤਨ ਤੱਕ ਦੀ ਜਿਹੜੀ ਮੌਤ ਹੈ ਨਾ, ਉਹ ਇੱਥੇ ਤੱਕ ਹੀ ਹੈ। ਜਦੋਂ ਇੱਥੇ ਤੱਕ ਲੈਂਦੇ ਹਾਂ ਤੇ ਅਸੀਂ ਸਾਰੀ ਜ਼ਿੰਦਗੀ ਇਸ ਜੀਵਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਇਹਨੂੰ ਮੌਤ ਨਾ ਆ ਜਾਏ। ਟ੍ਰੈਫਿਕ ਜਾਂਦੇ ਹਾਂ ਬਚ ਕੇ ਕਿ ਇੱਥੋਂ ਚੋਟ ਲੱਗ ਜਾਏ, ਜਰਾ ਜਾਂ ਪ੍ਰੋਬਲਮ ਹੁੰਦੀ ਹੈ, ਤਕਲੀਫ ਹੁੰਦੀ ਹੈ, ਤੇ ਕੋਈ ਬੰਦਾ ਕਹਿੰਦਾ ਕੋਈ ਗੋਲੀ ਖਾ ਲਾਂ, ਕੈਪਸੂਲ ਖਾ ਲਾਂ, ਸਰੀਰ ਨੂੰ ਤਕਲੀਫ ਨਾ ਹੋਏ, ਕਿਤੇ ਗੜਬੜ ਨਾ ਹੋ ਜਾਏ। ਜਿਤਨੇ ਪ੍ਰੋਬਲਮ ਲੱਗਦੀ ਹੈ ਕੋਈ ਟੌਨਿਕ ਖਲਵਾ ਲਾ, ਕੋਈ
ਵਿਟਾਮਿਨ ਦੇ ਦਿਆਂ, ਜੇ ਹੋਰ ਕੋਈ ਪ੍ਰੋਬਲਮ ਹੋਈ ਜ਼ਿਆਦਾ ਵੱਧ ਗਈ ਤੇ ਹਸਪੀਟਲ ਚਲਾ ਜਾਵਾਂ, ਆਪਰੇਸ਼ਨ ਕਰਾ ਲਾਂ। ਹਰ ਤਰੀਕੇ ਨਾਲ ਉਹਦਾ ਜਿਹੜਾ ਫੋਕਸ ਹੁੰਦਾ ਨਾ ਉਹ ਹੀ ਹੁੰਦਾ ਕਿ ਮੇਰਾ ਸਰੀਰ ਕਿਸੇ ਤਰੀਕੇ ਬਚ ਜਾਏ। ਸਾਰਾ ਫੋਕਸ, ਸਾਰੀ ਜਿਹੜੀ ਗੱਲਬਾਤ, ਸਾਰੀ ਜ਼ਿੰਦਗੀ ਦਾ ਜਿਹੜਾ ਉਹਦਾ ਦਾਰੋਮਦਾਰ ਹੈ ਨਾ, ਉਹ ਇੱਕ ਸਰੀਰ ਦੇ ਉੱਤੇ ਟਿਕਿਆ ਹੁੰਦਾ। ਲੇਕਿਨ ਗੁਰਬਾਣੀ ਜਿਹੜੀ ਗੱਲ ਕਰਦੀ ਨਾ, ਉਹ ਕਹਿੰਦੇ ਸਰੀਰ ਨੂੰ ਤੂੰ ਬੜੇ ਟੌਨਿਕ ਖਵਾਏ, ਬੜੇ ਵਿਟਾਮਿਨ ਦਿੱਤੇ, ਕਿਆ ਤੂੰ ਆਪਣੀ ਆਤਮਾ ਨੂੰ ਵੀ ਕੋਈ ਸੇਧ ਦਿੱਤੀ ਹੈ? ਕੋਈ ਉਹਨੂੰ ਵੀ ਟੌਨਿਕ ਦਿੱਤਾ? ਤੂੰ ਸਰੀਰ ਨੂੰ ਤੇ ਬੜਾ ਸ਼ਿੰਗਾਰਿਆ, ਬੜਾ ਤੂੰ ਸਜਾਇਆ, ਪਰਫਿਊਮ ਲਾਏ, ਰੰਗ ਬਿਰੰਗੇ ਕੱਪੜੇ ਪਾਏ, ਸਭ ਕੁਝ ਕੀਤਾ, ਲੇਕਿਨ ਕਦੀ ਆਪਣੇ ਮਨ ਨੂੰ ਵੀ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਲੀ ਦਾ ਵੀ ਕੰਮ ਕੀਤਾ? ਸਰੀਰ ਨੂੰ ਤੇ ਬੜਾ ਸਫਾਈ ਕੀਤੀ, ਧੋਤਾ, ਨਵਾਇਆ, ਇਸ਼ਨਾਨ ਕਰਾਏ, ਪਰ ਜਨਮ ਜਨਮ ਕਿਸੇ ਮਨ ਕੋ ਮਨ ਲਾਗੀ ਕਾਲਾ ਹੋਆ ਸਿਆ, ਉਹਦੇ ਤੇ ਕੋਈ ਕੰਮ ਨਹੀਂ ਕੀਤਾ। ਸੋ ਜਿਤਨੀਆਂ ਲੋੜਾਂ ਸਾਡੀਆਂ ਜਿਹੜੀਆਂ ਨਾ, ਇਹ ਇੱਥੇ ਤੱਕ ਹੀ ਪੂਰੀਆਂ ਹੁੰਦੀਆਂ। ਸਰੀਰ ਨੂੰ ਅਸੀਂ ਸਾਰੇ ਭੋਜਨ ਖਵਾਉਂਦੇ ਹਾਂ, ਹਰ ਤਰ੍ਹਾਂ ਦਾ, ਬੜੇ ਰਸਦਾਇਕ, ਬੜੇ ਪੌਸ਼ਟਿਕ, ਬੜੇ ਹੈਲਦੀ ਫੂਡ ਅਸੀਂ ਖਵਾਉਂਦੇ ਹਾਂ ਸਰੀਰ ਨੂੰ, ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਤੇਰੀ ਆਤਮਾ ਤੇ ਭੁੱਖੀ ਰਹਿ ਗਈ, ਉਹਨੂੰ ਤਾਂ ਕਦੀ ਤੂੰ ਭੋਜਨ ਖਵਾਇਆ ਹੀ ਨਹੀਂ। ਸੋ ਗੁਰਬਾਣੀ ਇਸ ਤਨ ਤੋਂ ਅੱਗੇ ਦੀ ਗੱਲ ਕਰਦੀ ਹੈ, ਤੇ ਜਿਹੜਾ ਇਸ ਸਰੀਰ ਤੱਕ ਰਹਿ ਜਾਂਦਾ ਨਾ, ਆਪਣੇ ਸਰੀਰ ਤੱਕ ਰਹਿ ਜਾਂਦਾ, ਮੈਂ ਤੱਕ ਰਹਿ ਜਾਂਦਾ, ਉਸ ਇਨਸਾਨ ਦੀ ਨਿਸ਼ਾਨੀ ਹੁੰਦੀ ਕਿ ਉਹ ਹਮੇਸ਼ਾ ਖੁਦਗਰਜ਼ ਹੋਏਗਾ। ਮੈਂ ਜਾਂ ਮੇਰਾ, ਉਹਦਾ ਸਰਕਲ ਬਸ ਇੰਨਾ ਹੀ ਹੁੰਦਾ। ਜਾਂ ਮੈਂ ਆਪਣੇ ਸਰੀਰ ਨੂੰ ਪਾਲਾਂ, ਮੇਰਾ ਸਰੀਰ ਪਲਦਾ ਰਹੇ, ਤੇ ਜਾਂ ਮੇਰਾ ਮਤਲਬ ਮੇਰਾ ਪਰਿਵਾਰ ਪਲਦਾ ਰਹੇ, ਮੇਰੇ ਵੋਟੀ, ਬੱਚੇ, ਪਰਿਵਾਰ, ਬਸ ਇਹ ਘਰ ਦੇ 4-5 ਬੰਦੇ ਨੇ। ਉਸ ਤੋਂ ਅਗਲਾ ਉਹਨੂੰ ਪਤਾ ਹੀ ਨਹੀਂ ਹੁੰਦਾ। ਔਰ ਇਸ ਤੋਂ ਵੀ ਘੱਟ ਲਈਏ ਤੇ ਆਪਣੇ ਕਈ ਹੁੰਦੇ ਨੇ, ਆਪਣੇ ਤੋਂ ਅੱਗੇ ਵੀ ਨਹੀਂ ਪਤਾ ਹੁੰਦਾ ਉਹਨੂੰ ਆਪਣੇ ਬੱਚੇ, ਵੋਟੀ, ਬੱਚਿਆਂ ਦਾ ਵੀ ਨਹੀਂ ਪਤਾ ਹੁੰਦਾ। ਉਹ ਕਹਿੰਦਾ ਵੀ ਮੈਂ ਆਪਣੀ ਪੂਰੀ ਐਸ਼ ਮੌਜ ਕਰਾਂ, ਬਾਕੀ ਜਿੱਥੇ ਮਰਜ਼ੀ ਜਾਏ। ਐਸੇ ਇਨਸਾਨ ਵੀ ਤੁਸੀਂ ਜ਼ਿੰਦਗੀ ਦੇਖੇ। ਜਿਹੜਾ ਇਨਸਾਨ ਕੇਵਲ ਤੇ ਕੇਵਲ ਸਰੀਰ ਤੱਕ ਰਹਿੰਦਾ, ਉਹ ਹਮੇਸ਼ਾ ਹੰਕਾਰੀ ਹੁੰਦਾ। ਉਹਨੂੰ ਕੇਵਲ ਤੇ ਕੇਵਲ ਆਪਣੀ ਜਿੱਤ ਚਾਹੀਦੀ ਹੁੰਦੀ ਹੈ, ਭਾਵੇਂ ਜਿਸ ਤਰ੍ਹਾਂ ਮਰਜ਼ੀ ਹੋਏ। ਉਹ ਆਪ ਕਹਿੰਦਾ ਮੈਂ ਟੌਪ ਤੇ ਹੋਣਾ ਚਾਹੀਦਾ, ਭਾਵੇਂ ਕਿਸੇ ਵੀ ਬਾਏ ਹੁੱਕ ਬਾਏ ਕਰੁੱਕ ਕਿਸੇ ਵੀ ਤਰੀਕੇ ਦੇ ਨਾਲ ਬੰਦੇ ਨੂੰ ਮੈਂ ਥੱਲੇ ਟਾਵਾਂ, ਮੈਂ ਉੱਪਰ ਹੋਣਾ ਚਾਹੀਦਾ, ਕਿਉਂਕਿ ਉਹਦੀ ਮੈਂ ਪ੍ਰਧਾਨ ਹੁੰਦੀ ਹੈ ਕਿ ਮੈਂ ਉੱਤੇ ਹੋਣਾ ਚਾਹੀਦਾ, ਮੇਰੀ ਜਿੱਤ ਹਮੇਸ਼ਾ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਆਪਣੇ ਸਰੀਰ ਤੱਕ ਹੈਗਾ, ਸਿਰਫ ਆਪਣੇ ਆਪ, ਉਹ ਹਮੇਸ਼ਾ ਜਾਤ ਦਾ ਹੰਕਾਰ ਕਰੇਗਾ। ਉਹ ਹਮੇਸ਼ਾ ਆਪਣੀ ਜਾਤ ਨੂੰ ਉੱਚਾ ਕਰ ਰੱਖਦਾ ਕਿ ਮੈਂ ਕੁਛ ਹਾਂ। ਉਹਨੂੰ ਆਪਣੇ ਪੈਸੇ ਦਾ ਹੰਕਾਰ ਹੋਏਗਾ, ਆਪਣੇ ਵੱਡੇ ਹੋਣਾ। ਜੇ ਹੋਰ ਉਹਦੇ ਕੋਲ ਪੈਸਾ ਨਹੀਂ, ਜਾਤ ਨਹੀਂ, ਕੋਈ ਹੋਰ ਨਹੀਂ, ਤੇ ਵੱਡਾ ਉਹ ਆਪਣੀ ਉਮਰ ਕਰਕੇ ਕਹਿੰਦਾ ਕਿ ਮੇਰੀ ਉਮਰ ਵੱਡੀ, ਹੁਣ ਸਾਰੇ ਮੇਰੇ ਅੱਗੇ ਝੁਕੋ, ਭਾਵੇਂ ਹੋਰ ਕੁਝ ਗੁਣ ਹੋਏ ਨਾ ਹੋਏ। ਉਹ ਕਹਿੰਦਾ ਮੇਰੀ ਉਮਰ ਕਰਕੇ ਮੇਰੇ ਅੱਗੇ ਸਭ ਝੁਕਣੇ ਚਾਹੀਦੇ ਨੇ। ਇਹ ਬੜੀਆਂ ਸਿੰਪਟਮਸ ਬੜੇ ਕਾਮਨ ਹੈਗੇ ਨੇ, ਜਿਹੜੇ ਕਿ ਆਮ ਦੇਖਣ ਨੂੰ ਮਿਲੇ ਕਿ ਜਿਹੜਾ ਬੰਦਾ ਕੇਵਲ ਤੇ ਕੇਵਲ ਸਰੀਰ ਤੱਕ ਸੀਮਿਤ ਹੈਗਾ, ਉਹ ਕਦੀ ਧਰਮ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਨਾ ਕਰਨਾ ਚਾਹੁੰਦਾ। ਧਰਮ ਦੀ ਗੱਲ ਦਾ ਮਤਲਬ ਹੋ ਗਿਆ ਐਕਚੁਅਲ ਧਰਮ ਦੀ ਗੱਲ। ਹਾਂ, ਕਰਮ ਕਾਂਡ ਪੂਰੇ ਕਰਦਾ, ਜਿਤਨੇ ਰਿਚੁਅਲਸ ਹੈਗੇ ਨੇ ਉਹ ਰਿਚੁਅਲਸ ਪੂਰੇ ਕਰ ਲੇਗਾ, ਆਪਣੇ ਆਪ ਨੂੰ ਧਰਮੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਕਿ ਦੁਨੀਆ ਮੈਨੂੰ ਸਮਝੇ ਕਿ ਮੈਂ ਧਰਮੀ ਹਾਂ, ਲੇਕਿਨ ਐਕਚੁਅਲ ਧਰਮ ਉਹ ਕਦੀ ਨਹੀਂ ਜਾਣ ਸਕਦਾ, ਜਿਹੜਾ ਆਪਣੇ ਤਨ ਤੱਕ ਸੀਮਿਤ ਹੈਗਾ। ਲੇਕਿਨ ਗੁਰਬਾਣੀ ਜਦੋਂ ਇਸ ਤਨ ਨੂੰ ਹਟਾ ਕੇ ਅੰਦਰ ਆਤਮਾ, ਉਸ ਮਨ ਦੀ ਗੱਲ ਕਰਦੀ ਹੈ ਨਾ, ਤਾਂ ਗੁਰਬਾਣੀ ਕਹਿੰਦੀ ਹੈ ਸਾਧੋ ਇਹ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਇਸ ਸਰੀਰ ਦੀ ਕੋਈ ਵੈਲਿਊ ਨਹੀਂ। ਇਸ ਸਰੀਰ ਦੀ ਵੀ ਆਪਣੀ ਇੱਕ ਵੈਲਿਊ ਹੈ, ਲੇਕਿਨ ਜਦੋਂ ਗੁਰਬਾਣੀ ਨੂੰ ਅਸੀਂ ਗੌਰ ਨਾਲ ਪੜ੍ਹਦੇ ਹਾਂ, ਤਾਂ ਗੁਰਬਾਣੀ ਕਹਿੰਦੀ ਹੈ ਕਿ ਇਸ ਸਰੀਰ ਦੀ ਉਤਨੀ ਕੁ ਵੈਲਿਊ ਹੈ, ਜਿਸ ਤਰ੍ਹਾਂ ਇੱਕ ਭਾਂਡਾ ਹੈ, ਮਿੱਟੀ ਦਾ ਭਾਂਡਾ ਹੈ, ਤੇ ਮਿੱਟੀ ਦੇ ਭਾਂਡੇ ਵਿੱਚ ਦੁੱਧ ਪਿਆ ਹੋਇਆ ਨਾ, ਤੇ ਸਾਡਾ ਕੰਸਰਨ ਦੁੱਧ ਨਾਲ ਹੁੰਦਾ ਹੈ, ਲੇਕਿਨ ਦੁੱਧ ਨੂੰ ਸੰਭਾਲਣ ਵਾਸਤੇ ਭਾਂਡਾ ਵੀ ਚਾਹੀਦਾ। ਜੇ ਭਾਂਡਾ ਨਹੀਂ ਹੈ, ਦੁੱਧ ਸੰਭਾਲਣਾ ਬੜਾ ਮੁਸ਼ਕਲ ਹੈ। ਲੇਕਿਨ ਜੇ ਭਾਂਡੇ ਨਾਲ ਹੀ ਜੁੜ ਜਾਏ ਕਿ ਭਾਂਡੇ ਨੂੰ ਸੰਭਾਲ ਰੱਖਦਾ ਰਹੇ, ਤੇ ਦੁੱਧ ਅੰਦਰੋਂ ਖਰਾਬ ਹੋ ਜਾਏ ਜਾਂ ਦੁੱਧ ਨੂੰ ਨਾ ਵਰਤੇ, ਤੇ ਉਸ ਭਾਂਡੇ ਦਾ ਕੋਈ ਫਾਇਦਾ ਨਹੀਂ। ਤੋ ਸਰੀਰ ਜਿਹੜਾ ਹੈਗਾ, ਇਹ ਸਹਾਇਕ ਹੈਗਾ ਉਸ ਪਰਮਾਤਮਾ ਨੂੰ ਮਿਲਣ ਦੇ। ਸਰੀਰ ਨਹੀਂ ਹੈ, ਸਰੀਰ ਸਵਸਥ ਨਹੀਂ ਹੈ, ਸਰੀਰ ਹੈਲਦੀ ਨਹੀਂ ਹੈ, ਉਹ ਕੁਛ ਨਹੀਂ ਹੈ, ਤੇ ਉਹ ਪਰਮਾਤਮਾ ਨੂੰ ਮਿਲਣ ਦੇ ਵਿੱਚ ਸਹਾਇਕ ਨਹੀਂ। ਲੇਕਿਨ ਸਰੀਰ ਦਾ ਕੰਮ ਇੰਨਾ ਕੀ ਹੈ ਕਿ ਤੂੰ ਉਸ ਭਾਂਡਾ, ਉਹ ਭਾਂਡੇ ਦੇ ਵਿੱਚ ਦੁੱਧ ਸੰਭਾਲਿਆ ਹੋਇਆ, ਲੇਕਿਨ ਦੁੱਧ ਜੋ ਕੰਸਰਨ ਜਿਹੜਾ ਦੁੱਧ ਨਾਲ ਹੋਣਾ ਚਾਹੀਦਾ, ਭਾਂਡੇ ਨਾਲ ਨਹੀਂ। ਭਾਂਡਾ ਤੇ ਕਹਾਂ ਬਿਸਾਸਾ ਇਸ ਭਾਂਡੇ का इतना लागे ठनका वाली ਗੱਲ ਹੈਗੀ ਹੈ।
ਸੋ ਜਦੋਂ ਇਸ ਅਵਸਥਾ ਤੱਕ ਗੁਰੂ ਸਾਹਿਬ ਨੇ ਪਹੁੰਚਾਇਆ ਨਾ, ਤਾਂ ਉਹ ਮਨ ਦੀ ਅਵਸਥਾ ਸਿੱਖਾਂ ਦੀ ਬਣੀ ਕਿ ਸਿਰ ਤੇ ਆਰਾ ਚੱਲ ਰਿਹਾ, ਭਾਵੇਂ ਦੇਗਾਂ 'ਚ ਉਬਾਲਿਆ ਜਾਏ, ਤੇ ਪਰ ਉਹਨੂੰ ਇਹ ਵਿਸ਼ਵਾਸ ਹੁੰਦਾ ਕਿ ਮੈਂ ਮਰਾਂਗਾ ਨਹੀਂ, ਇਹ ਸਰੀਰ ਨੂੰ ਠੀਕਰਾ ਗਿਆ ਹੈ। ਲੇਕਿਨ ਪਰਮਾਤਮਾ ਦਾ ਮਿਲਣ ਸਾਰੇ, ਲੇਕਿਨ ਤਨ ਦੇ ਨਾਲ ਨਹੀਂ ਜੁੜ ਜਾਣਾ ਕਿ ਤੂੰ ਸਿਰਫ ਸਰੀਰ ਦੇ ਨਾਲ, ਸਰੀਰ ਦੀ ਸੰਭਾਲ ਕਰਦਾ ਰਹੇ। ਸੋ ਇਹ ਜਿਹੜੀ ਸਿਧਾਂਤ ਸੀ ਗੁਰਬਾਣੀ ਦੇ, ਇਹ ਬੜੇ ਦ੍ਰਿੜ ਕਰਾਏ ਨੇ ਗੁਰੂ ਸਾਹਿਬ ਨੇ ਆਪ ਸ਼ਹਾਦਤਾਂ ਦੇ ਕੇ, ਤਾਂ ਹੀ ਅੱਗੇ ਉਹ ਲੜੀ ਚੱਲ ਸਕੀ। ਤੇ ਪੂਰੀ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਵਿੱਚ ਸਾਨੂੰ 3 ਤਰ੍ਹਾਂ ਦੀਆਂ ਮੌਤਾਂ ਦਾ ਜ਼ਿਕਰ ਮਿਲਦਾ। ਇੱਕ ਤੇ ਤਨ ਦੀ ਮੌਤ ਦਾ ਵੀ ਹੈਗਾ, ਕਬੀਰ ਇਹ ਤਨ ਜਾਏਗਾ ਲਿਓ ਤੋ ਸਕੋ ਬਹੋਰ, ਇਹ ਤਨ ਦੀ ਮੌਤ ਦੀ ਜ਼ਿਕਰ ਕੀਤਾ। ਦੂਸਰਾ ਜਿਹੜੀ ਮੌਤ ਦਾ ਜ਼ਿਕਰ ਆਉਂਦਾ ਉਹ ਆਤਮਕ ਮੌਤ ਹੈ, ਆਤਮਕ ਮੌਤ ਜਿਹਨੂੰ ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਉਹ ਆਤਮਕ ਮੌਤ ਦੀ ਗੱਲ ਕੀਤੀ। ਲੇਕਿਨ ਇੱਕ ਮੌਤ ਹੈਗੀ ਹੈ ਜਿਹੜੀ ਕਿ ਮੈਂ ਮਾਰਨ ਦੀ ਮੌਤ ਹੈ, ਆਪਣੇ ਆਪ ਨੂੰ ਮਾਰਨ ਦੀ ਮੌਤ ਹੈ, ਆਪਣੇ ਅਹੰਕਾਰ ਮਾਰਨ ਦੀ ਮੌਤ। ਇਹ 3 ਤਰ੍ਹਾਂ ਦੀ ਮੌਤਾਂ ਦਾ ਜ਼ਿਕਰ ਜਿਹੜਾ ਮਿਲਦਾ ਹੈ। ਇਸ ਸ਼ਬਦ ਤੋਂ ਅਸੀਂ ਸਮਝਾਂਗੇ ਕਿਹੜੀ ਕਿਹੜੀ ਮੌਤ ਦਾ ਜ਼ਿਕਰ ਇਸ ਸ਼ਬਦ ਦੇ ਵਿੱਚ ਕੀਤਾ ਗੁਰੂ ਸਾਹਿਬ ਨੇ। ਲੇਕਿਨ ਇੱਕ ਡੈਡ ਬੋਡੀ ਦੀ ਨਿਸ਼ਾਨੀ ਅਗਰ ਸਮਝੀਏ ਕਿ ਅਗਰ ਇੱਕ ਡੈਥ ਹੋ ਚੁੱਕੀ ਹੈ ਬੰਦੇ ਦੀ, ਤੇ ਇਸ 3 ਮੌਤਾਂ 'ਚੋਂ ਕਿਹੜੀ ਮੌਤ ਦਾ ਜ਼ਿਕਰ ਉਹਦੇ ਨਾਲ ਅਸੀਂ ਰਿਲੇਟ ਕਰੀਏ, ਤੇ ਜਿਹੜਾ ਬੰਦਾ ਡੈਥ ਹੋ ਚੁੱਕੀ ਹੈ ਨਾ ਜਿਹਦੀ, ਤੇ ਉਹਦੀ ਇੱਕ ਨਿਸ਼ਾਨੀ ਹੈਗੀ ਹੈ, ਉਹਦੇ 'ਚ ਇੱਕ ਗੁਣ ਆ ਜਾਂਦਾ, ਕੁਆਲਿਟੀ ਪਤਾ ਕੀ ਆ ਜਾਂਦੀ ਹੈ। ਹੁਣ ਉਸ ਮਰੇ ਹੋਏ ਇਨਸਾਨ ਦੇ ਸਾਹਮਣੇ ਢੋਲ ਵਜਾ ਕੇ ਨੱਚੋ ਤੇ ਭਾਵੇਂ ਰੋਣੇ ਪਾਓ, ਉਹਨੂੰ ਕੋਈ ਅਸਰ ਨਹੀਂ ਹੁੰਦਾ। ਉਹਦੇ ਸਰੀਰ ਨੂੰ ਭਾਵੇਂ ਸੋਨੇ ਹੀਰਿਆਂ ਨਾਲ ਸਜਾ ਦਿਓ ਤੇ ਭਾਵੇਂ ਉਹਨੂੰ ਮਿੱਟੀ 'ਚ ਰੋਲ ਦਿਓ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਭਾਵੇਂ ਜਿੰਨਾ ਮਰਜ਼ੀ ਉਹਨੂੰ ਆਦਰ ਸਤਿਕਾਰ ਸਨਮਾਨ ਇੱਜ਼ਤ ਜਿੰਨੀ ਮਰਜ਼ੀ ਕਰ ਲਓ, ਉਹਦੇ ਤੇ ਕੋਈ ਅਸਰ ਨਹੀਂ ਹੈ। ਤੇ ਭਾਵੇਂ ਜਿੰਨਾ ਉਹਨੂੰ ਗਾਲੀ ਗਲੋਚ ਮਾੜਾ ਭੈੜਾ ਕੁਝ ਵੀ ਕਹਿ ਦਿਓ, ਉਹਨੂੰ ਤਾਂ ਵੀ ਕੁਛ ਅਸਰ ਨਹੀਂ ਹੁੰਦਾ, ਉਹਦੇ ਤੇ ਕੋਈ ਅਸਰ ਨਹੀਂ, ਉਹ ਮਰ ਗਿਆ। ਜਿਹਨੂੰ ਅਸੀਂ ਪੜ੍ਹਦੇ ਨਾ, ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋਊ ਕਹਾਵੇ, ਕੈਸਾ ਹਰਖ ਕੈਸਾ ਉਸੋਗ, ਸਦਾ ਆਨੰਦ ਤੇ ਨਹੀਂ ਵਿਯੋਗ, ਕੈਸਾ ਸੁਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾ ਜਾਨ, ਜੋ ਵਰਤਾਈ ਸਾਈ ਜੁਗਤ ਨਾਨਕੋ ਪੂਰਕ ਕੀ ਜੀਵਨ। ਉਹਦੇ ਉੱਤੇ ਕੋਈ ਅਸਰ ਹੀ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ। ਆਸ-ਪਾਸ ਮੇਰੇ ਨਾਲ ਕੀ ਵਰਤਾਅ ਹੋ ਰਿਹਾ, ਉਹ ਆਪਣੇ ਆਪ 'ਚ ਮਸਤ ਰਹਿੰਦਾ। ਉਹ ਇੱਕ ਮਿਕਤਾ ਉਹਦੇ ਨਾਲ ਵੀ, ਕੋਈ ਬੰਦਾ ਉਹਦੇ ਬਾਰੇ ਕੀ ਕਹਿ ਰਿਹਾ ਜਾਂ ਕੀ ਹੋ ਰਿਹਾ, ਜਾਂ ਦੁਨੀਆ 'ਚ ਉਹਨੂੰ ਸਨਮਾਨ ਮਿਲ ਰਿਹਾ ਜਾਂ ਕੀ ਕਿਹਾ ਜਾ ਰਿਹਾ, ਜਾਂ ਉਹਨੂੰ ਕੀ ਉਹਦੇ ਨਾਲ ਜੀਵਨ 'ਚ ਹੋ ਰਿਹਾ, ਉਹਨੂੰ ਉਹਦੇ ਨਾਲ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ। ਇਹਨੂੰ ਜੀਵਨ ਮੁਕਤ ਦੀ ਅਵਸਥਾ ਵੀ ਕਹਿੰਦੇ ਨੇ। ਸੋ ਆਪਣਾ ਮੈਂ ਮਾਰ ਲੈਣੀ, ਆਪਣਾ ਅਹੰਕਾਰ ਮਾਰ ਲੈਣਾ, ਆਪਣੇ ਆਪ ਦਾ ਉਹ ਹੋਂਦ ਮਾਰ ਲੈਣੀ, ਉਹਨੂੰ ਕਬੀਰ ਸਾਹਿਬ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਅ ਹੈ। ਇਸ ਮੌਤ ਦੀ ਗੱਲ ਕੀਤੀ ਹੈ ਕਿ ਮੈਂ ਉਸ ਮੌਤ ਨੂੰ ਮਰਨਾ ਬੜਾ ਪਸੰਦ ਕਰਦਾ ਕਿ ਜਿਹਦੇ 'ਚ ਮੇਰੀ ਤਾਂ ਕੋਈ ਜ਼ਿਕਰ ਹੀ ਨਾ ਹੋਏ, ਮੇਰਾ ਅਹੰਕਾਰ ਮਰ ਜਾਏ। ਪਰ ਇਹ ਜਿਹੜੀ ਮੌਤ ਦੀ ਗੱਲ ਕੀਤੀ ਹੈ, ਇਹ ਹੋਏ ਕਿਸ ਤਰ੍ਹਾਂ? ਕੁਐਸਚਨ ਤੇ ਹੈਗਾ ਨਾ। ਇਹ ਜਿਹੜੀ ਜਿਸ ਮੋਹੇ ਮਰਨੇ ਕਾ ਚਾਹੋ, ਜਿਸ ਅਹੰਕਾਰ, ਜਿਸ ਮੈਂ, ਜਿਸ ਹਉਮੈ ਦੀ ਮੌਤ ਦਾ ਗੱਲ ਕੀਤੀ ਗਈ ਗੁਰਬਾਣੀ 'ਚ, ਇਹ ਅਵਸਥਾ ਬਣੇ ਕਿਸ ਤਰ੍ਹਾਂ, ਆਏ ਕਿਸ ਤਰ੍ਹਾਂ ਹੈ? ਤੇ ਆਮ ਤੌਰ ਤੇ ਜਦੋਂ ਅਸੀਂ ਘਰ 'ਚ ਕੁਝ ਕਹਿੰਦੇ ਹਾਂ ਨਾ ਚੀਜ਼, ਕਿ ਫਲਾਣੀ ਚੀਜ਼ ਤੁਹਾਨੂੰ ਪਤਾ ਕਿੱਥੇ ਪਈ ਹੈ, ਤੇ ਉਹ ਜਦੋਂ ਇਹ ਕਹਿੰਦਾ ਮੈਨੂੰ ਕੀ ਪਤਾ ਕਿੱਥੇ ਪਈ ਹੈ, ਮੈਨੂੰ ਕੀ ਪਤਾ, ਮੈਂ ਥੋੜ੍ਹਾ ਰੱਖੀ। ਉਹ ਜਦੋਂ ਇਹ ਕਹਿੰਦਾ ਨਾ ਮੈਨੂੰ ਕੀ ਪਤਾ, ਉਹਦਾ ਭਾਵ ਪਿੱਛੇ ਉਹਦੀ ਭਾਵਨਾ ਇਹ ਹੁੰਦੀ ਹੈ ਕਿ ਮੈਨੂੰ ਨਹੀਂ ਪਤਾ। ਇਹੀ ਕਹਿੰਦਾ ਨਾ ਕਿ ਮੈਨੂੰ ਨਹੀਂ ਪਤਾ। ਜਦੋਂ ਇਹ ਕਹਿੰਦਾ ਕਿ ਮੈਨੂੰ ਕੀ ਪਤਾ, ਇਹਦਾ ਮਤਲਬ ਉਹ ਕਹਿੰਦਾ ਮੈਨੂੰ ਨਹੀਂ ਪਤਾ। ਉਸੇ ਅੰਦਾਜ਼ ਮੈਨੂੰ ਲੱਗ ਰਿਹਾ ਸ਼ਬਦ ਗੁਰੂ ਸਾਹਿਬ ਉਸੇ ਅੰਦਾਜ਼ ਕਰਨੇ, ਕਿਆ ਜਾਣਾ ਕਿਉਂ ਮਰਾਂਗੇ, ਇਹ ਮੇਰੀ ਹਉਮੈ, ਇਹ ਮੇਰਾ ਅਹੰਕਾਰ, ਇਹ ਮੇਰੀ ਮੈਂ, ਇਹ ਕਿਆ ਜਾਣਾ, ਮੈਂ ਨਹੀਂ ਜਾਣਦਾ ਕਿਉਂ ਮਰਾਂਗੇ। ਕੈਸਾ ਮਰਨਾ ਹੋਏ, ਇਹ ਜਿਹੜੀ ਮੈਂ ਹਉਮੈ ਅਹੰਕਾਰ, ਜਿਹੜੀ ਮੈਂ ਮੇਰੀ ਦੀ ਜਿਹੜੀ ਅੰਦਰ ਉਹ ਭਾਵਨਾ ਹੈਗੀ ਹੈ, ਕੈਸਾ ਮਰਨਾ ਹੋਏ, ਇਹ ਕਿਸ ਤਰ੍ਹਾਂ ਮਰਦੀ ਹੈ, ਮੈਂ ਨਹੀਂ ਜਾਣਦਾ। ਲੇਕਿਨ ਇੱਕ ਗੱਲ ਦੀ ਸ਼ੋਰਿਟੀ ਗਰੰਟੀ ਦਿੰਦੇ ਨੇ, ਜੇਕਰ ਸਾਹਿਬ ਨਾ ਮਨੋ ਨਾ ਵਿਸਰੈ। ਜੇ ਤੇਰੇ ਅੰਦਰੋਂ ਉਹ ਪਰਮਾਤਮਾ ਦਾ
ਸਾਰ ਨਹੀਂ ਹੈਗਾ, ਜੇ ਉਹਦੇ ਨਾਲ ਤੇਰੀ ਇਕਮਿਕਤਾ ਹੈ ਤਾਂ ਸਹਿਲਾ ਮਰਨਾ ਹੋਏ, ਤਾਂ ਤੇਰਾ ਇਹ ਸਹਿਲਾ ਮਰਨਾ ਸੌਖਾ ਮਰਨਾ ਹੋ ਸਕਦਾ, ਅਦਰਵਾਈਜ਼ ਕੋਈ ਹੋਰ ਤਰੀਕਾ ਨਹੀਂ ਹੈਗਾ। ਮਾਝ ਰਾਗ ਦੇ ਵਿੱਚ ਮਹਿਲਾ ਤੀਜਾ ਦਾ ਇੱਕ ਸ਼ਬਦ ਹੈ, ਗੁਰ ਕਾ ਸ਼ਬਦ ਕੋ ਵਿਰਲਾ ਬੂਝੇ। ਕੋ ਵਿਰਲਾ ਬੂਝੇ ਦਾ ਮਤਲਬ ਹੈ ਨਹੀਂ ਕਿ ਕੋਈ ਵਿਰਲਾ ਹੋਏਗਾ ਤੇ ਬੁੱਝੇਗਾ, ਜਿਹੜਾ ਬੁੱਝ ਲੇਗਾ ਉਹ ਵਿਰਲਾ ਹੋ ਜਾਏਗਾ। ਗੁਰ ਕਾ ਸ਼ਬਦ ਕੋ ਵਿਰਲਾ ਬੂਝੇ, ਆਪ ਮਾਰੇ ਤਾਂ ਤ੍ਰਿਭਵਨ ਸੂਝੇ। ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾਵਣੇ। ਇੱਕ ਵਾਰੀ ਆ ਮਰਨਾ ਹੋ ਜਾਏ ਨਾ, ਫਿਰ ਦੁਬਾਰਾ ਨਹੀਂ ਮਰਦਾ। ਭਾਵ ਉਹ ਆਤਮਕ ਮੋਹ ਦੁਬਾਰਾ ਨਹੀਂ ਮਰਦਾ, ਇੱਕ ਵਾਰੀ ਮੈਂ ਮੇਰੀ ਮਾਰ ਲਏਗਾ। ਸੋ ਗੁਰੂ ਸਾਹਿਬ ਉਸ ਲਹਿਜੇ 'ਚ ਕਰ ਰਹੇ ਕਿ ਕਿਆ ਜਾਣਾ ਕਿਵ ਮरेंगे, ਮੈਨੂੰ ਨਹੀਂ ਪਤਾ ਕਿੰਜ ਮਰੀਦਾ, ਕਿੰਜ ਮरेंगे। ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੁ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਇਹ ਮੌਤ ਆਸਾਨ ਹੋ ਜਾਂਦੀ ਹੈ ਕਿ ਤੂੰ ਕੇਵਲ ਰੱਬ ਦੇ ਨਾਲ ਇਕਮਿਕਤਾ ਹਾਸਲ ਕਰ, ਬਸ, ਹੋਰ ਕੋਈ ਤਰੀਕਾ ਹੋਰ ਨਹੀਂ ਹੈਗਾ। ਅੱਗੇ ਕਹਿੰਦੇ ਨੇ, ਮਰਨਾ ਤੇ ਜਗਤ ਡਰੈ, ਜੀਵਿਆ ਲੋੜੇ ਸਭ ਕੋਏ। ਕਹਿੰਦੇ ਮਰਨ ਤੋਂ ਜਗਤ ਡਰਦਾ। ਇਹ ਸਰੀਰਕ ਮੌਤ ਦੀ ਗੱਲ ਨਹੀਂ ਚੱਲ ਰਹੀ, ਜਦ ਉੱਤੇ ਭਾਵ ਦੂਸਰਾ ਹੈਗਾ ਨਾ, ਥੱਲੇ ਭਾਵ ਦੂਸਰਾ ਹੀ ਲਵਾਂਗੇ ਕਿ ਸਰੀਰਕ ਮੌਤ ਤੋਂ ਡਰ ਗੱਲ ਨਹੀਂ ਹੈਗਾ। ਮਰਨੇ ਤੇ ਜਗਤ ਡਰੈ, ਇਹ ਮਨੁੱਖ ਦਾ ਸੁਭਾਅ ਹੈਗਾ ਕਿ ਜਦੋਂ ਮੈਂ ਮੇਰੀ ਮਰਨ ਤੇ ਆਂਦੀ ਹੈ ਨਾ, ਉਹਦੀ ਜਦੋਂ ਇਸ ਪਾਸੇ ਜਾਂਦਾ ਹੈ, ਤੇ ਜਦੋਂ ਸ਼ੁਰੂ ਦੇ ਵਿੱਚ ਇਹ ਕਦੀ ਫੀਲ ਕਰਕੇ ਦੇਖਣਾ ਇਸ ਚੀਜ਼ ਨੂੰ, ਮੈਂ ਫੀਲ ਕੀਤਾ ਆ ਕਿ ਜਦੋਂ ਉਹ ਸ਼ੁਰੂਆਤ ਦੇ ਵਿੱਚ ਨਾ ਆਪਣੀ ਹੋਂਦ ਮਿਟਦੀ ਨਜ਼ਰ ਆਉਂਦੀ ਉਹਨੂੰ, ਕਿਉਂਕਿ ਮਨ ਜਿਹੜਾ ਨਾ, ਇਹਨੂੰ ਮੈਂ ਦੇ ਵਿੱਚ ਬੜਾ ਮਜ਼ਾ ਮਿਲਦਾ, ਬੜਾ ਮਜ਼ਾ ਮੈਂ ਦੇ ਵਿੱਚ। ਮਨ ਨੂੰ ਜਦੋਂ ਮੈਂ ਉਹਦੀ ਉੱਪਰ ਬਲਵਾਨਤਾ ਹੁੰਦੀ ਹੈ ਨਾ, ਮਨ ਨੂੰ ਬੜਾ ਮਜ਼ਾ ਮਿਲਦਾ। ਮੈਂ ਵੱਡਾ, ਮੇਰਾ ਕਾਰੋਬਾਰ, ਮੇਰੀ ਜਾਤ ਬਰਾਦਰੀ, ਮੇਰੇ ਅੰਨੀ ਜੋ ਜਾਣ ਪਛਾਣ, ਮੇਰੀ ਡਿਗਰੀ, ਮੇਰਾ ਪੈਸਾ, ਮੇਰਾ ਮਕਾਨ, ਮੇਰੀ ਪੜ੍ਹਾਈ, ਮੇਰੀ ਪਦ ਪ੍ਰਤਿਸ਼ਠਤਾ, ਇਹ ਜਦੋਂ ਮੈਂ ਗੱਲ ਕਰਦਾ ਨਾ, ਇਹਨੂੰ ਮਨ ਨੂੰ ਬੜਾ ਸਵਾਦ ਆਉਂਦਾ। ਤੇ ਜਦੋਂ ਇਹ ਖਤਮ ਹੋਣੀਆਂ ਸ਼ੁਰੂ ਹੁੰਦੀਆਂ, ਮਨ ਨੂੰ ਐਸਾ ਲੱਗਦਾ ਕਿ ਉਹਦੀ ਮੇਰੀ ਹੋਂਦ ਹੀ ਮਿਟ ਗਈ ਹੈ, ਮੈਂ ਤਾਂ ਰਿਹਾ ਹੀ ਨਹੀਂ। ਸੋ ਜਿਤਨਾ ਮੈਂ ਉਹਦੀ ਵੱਡੀ ਹੁੰਦੀ ਹੈ, ਉਤਨਾ ਮਨ ਖੁਸ਼ ਹੁੰਦਾ, ਮਨ ਨੂੰ ਖੁਸ਼ੀ ਉਤਨੀ ਜ਼ਿਆਦਾ ਮਿਲਦੀ ਹੈ, ਉਤਨਾ ਉਹ ਜ਼ਿਆਦਾ ਉਹਨੂੰ ਖੁਸ਼ੀ ਮਾਰਦਾ ਜਿੰਨੀ ਉਹਨੂੰ ਮੈਂ ਜ਼ਿਆਦਾ ਵੱਡੀ ਮਿਲਦੀ ਹੈ। ਇੱਥੋਂ ਤੱਕ ਕਿ ਜੇ ਇੱਕ ਜਰਾ ਜਿਹਾ ਕੱਟ ਲੱਗ ਗਿਆ ਨਾ ਹੱਥ ਤੇ, ਉਸ ਕੱਟ ਨੂੰ ਆਪਣੇ ਦੁੱਖ ਨੂੰ ਵੀ ਵੱਡਾ ਕਰਕੇ ਜਦ ਤੱਕ ਨਾ ਦੱਸੇਗਾ, ਉਹਨੂੰ ਮਜ਼ਾ ਨਹੀਂ ਆਉਂਦਾ। ਆਪਣੇ ਛੋਟੇ ਜਿਹੇ ਦੁੱਖ ਨੂੰ ਵੀ ਮਨ ਜਿਹੜਾ ਨਾ, ਉਹ ਬੜਾ ਵੱਡਾ ਕਰਕੇ ਦੱਸਦਾ, ਮੈਂ ਤੇ ਬੜਾ ਹੀ ਦੁਖੀ ਹਾਂ, ਮੇਰੇ ਤੋਂ ਵੱਡਾ ਦੁਖੀ ਕੋਈ ਨਹੀਂ ਹੋਣਾ। ਉਹ ਆਪਣੇ ਦੁੱਖ ਨੂੰ ਵੀ ਵੱਡਾ ਕਰਕੇ ਜਦ ਤੱਕ ਨਾ ਦੱਸੇ, ਤਦ ਤੱਕ ਮਨ ਨੂੰ ਖੁਸ਼ੀ ਨਹੀਂ ਮਿਲਦੀ। ਜਿੰਨਾ ਆਪਣੇ ਦੁੱਖ ਨੂੰ ਵੀ ਵੱਡਾ ਕਰਕੇ, ਭਾਵੇਂ ਪਰੇਸ਼ਾਨੀ ਹੈ, ਲੇਕਿਨ ਮਨ ਨੂੰ ਇਹਦੇ ਵਿੱਚ ਵੀ ਮਜ਼ਾ ਮਿਲਦਾ। ਸੋ ਇਹ ਮਨ ਦੀ ਜਦੋਂ ਉਹ ਮੈਂ ਖਤਮ ਹੁੰਦੀ ਹੈ ਨਾ, ਤੇ ਜਿਉਂ ਇਹ ਮੈਂ ਖਤਮ ਹੁੰਦੀ ਹੈ, ਤੇ ਕਿਤੇ ਉਹਨੂੰ ਇਹ ਡਰ ਲੱਗਦਾ ਕਿ ਕਿਤੇ ਮੈਂ ਮੇਰੀ ਖਤਮ ਹੋ ਗਈ। ਤੇ ਜਦੋਂ ਇਨਸਾਨ ਨੂੰ ਬਦਮਾਸ਼ੀ 'ਚ ਹੁੰਦਾ ਜਾਂ ਗਲਤ ਪਾਸੇ ਹੁੰਦਾ, ਜਦੋਂ ਇਹ ਪਤਾ ਲੱਗਦਾ ਕਿ ਮੈਂ ਹੁਣ ਸ਼ਰੀਫ ਬਣ ਜਾਵਾਂਗਾ, ਤੇ ਅਚਾਨਕ ਹੀ ਉਹਦੇ ਖਿਆਲ ਆਉਂਦਾ ਕਿ ਯਾਰ ਸ਼ਰੀਫ ਬਣ ਕੇ ਤੇ ਦੁਨੀਆ ਵੇਚ ਖਾਏਗੀ। ਇਸ ਗੱਲ ਤੋਂ ਡਰ ਲੱਗਦਾ। ਜੇ ਇੱਕ ਦੀਆਂ ਚਾਰ ਨਾ ਸੁਣਾਓ ਤੇ ਲੋਕੀ ਸਿਰ ਤੇ ਚੜ ਜਾਂਦੇ ਨੇ। ਜੇ ਵਰਕਰਾਂ ਨੂੰ, ਜਿਹੜੇ ਮੇਰੇ ਥੱਲੇ ਕੰਮ ਕਰਦੇ, ਜੇ ਇਹਨਾਂ ਨੂੰ ਗਾਲਾਂ ਕੱਢੀਏ ਤੇ ਸਾਨੂੰ ਵੇਚ ਕੇ ਖਾ ਜਾਣਗੇ। ਇਹ ਇਨਸਾਨ ਦੇ ਅੰਦਰ ਹਮੇਸ਼ਾ ਡਰ ਰਹਿੰਦਾ। ਤਾਂ ਹੀ ਤੇ ਉਹ ਮਰਨਾ ਨਹੀਂ, ਉਹ ਮੈਂ ਤੇ ਮਾਰਨਾ ਨਹੀਂ ਚਾਹੁੰਦਾ। ਘਰ ਵੋਟੀ ਨੂੰ ਨਾ ਅਗਰ ਦਬਾ ਕੇ ਨਾ ਰੱਖੋ ਤੇ ਸਿਰ ਤੇ ਚੜ ਜਾਂਦੀ ਹੈ। ਸੋ ਮੈਂ ਮਰਨ ਤੋਂ ਹਮੇਸ਼ਾ ਡਰਦਾ ਇਨਸਾਨ, ਮੈਂ ਮਾਰਨਾ ਹੀ ਨਹੀਂ ਚਾਹੁੰਦਾ। ਇੱਕ ਬੰਦਾ ਮੈਂ ਸੁਣਿਆ, ਉਹ ਕਹਿੰਦਾ ਘਰ ਆਉਂਦੇ ਆ ਤੇ ਅੱਖਾਂ ਮਤਲਬ ਕੱਢ ਕੇ ਔਰ ਘੁੱਟੇ ਆਉਂਦੇ ਆ। ਕਿਉਂ? ਕਹਿੰਦਾ ਜਿਸ ਦਿਨ ਖੁਸ਼ ਆਓ ਨਾ, ਤੇ ਬੱਚੇ ਡਿਮਾਂਡ ਕਰਨਾ ਸ਼ੁਰੂ ਕਰ ਦਿੰਦੇ, ਅੱਜ ਕਮਾਈ ਚੰਗੀ ਹੋਈ ਲੱਗਦਾ, ਜਨਾਨੀ ਕਹਿੰਦੀ ਸ਼ਾਪਿੰਗ ਕਰਾ ਦਿਓ, ਚਲੋ ਬਾਹਰ ਰੋਟੀ ਖਵਾ ਦਿਓ। ਇਸ ਕਰਕੇ ਘਰ ਆਉਂਦੀ, ਦੋ ਚਾਰ ਗਾਲਾਂ ਕੱਢਦੀ ਤੇ ਰੌਲਾ ਪਾ ਦੀ, ਤੇ ਆਪੇ ਚੁੱਪ ਕਰਕੇ ਬਹਿ ਜਾਂਦੇ ਸਾਰੇ, ਘੁੱਟੇ ਆਈਦਾ। ਸੋ ਮੈਂ ਨੂੰ ਤੇ ਮਾਰਨਾ ਹੀ ਨਹੀਂ ਚਾਹੁੰਦਾ ਇਨਸਾਨ। ਉਹ ਕਹਿੰਦਾ ਜਰਾ ਹੀ ਮੈਂ ਥੱਲੇ ਹੋਇਆ ਤੇ ਇਹ ਤੇ ਮੇਰੇ ਸਿਰ ਤੇ ਚੜ ਜਾਣਗੇ। ਉਹ ਹਮੇਸ਼ਾ ਸਭ ਨੂੰ ਡੋਮੀਨੇਟ ਕਰਕੇ ਰੱਖਦਾ। ਸੋ ਮੈਂ ਇਹਦੇ 'ਚ ਬੜਾ ਮਜ਼ਾ ਹੈ। ਇਨਸਾਨ ਦੀ ਮੈਂ ਮਰ ਜਾਏ ਤੇ ਉਹ ਐਸਾ ਲੱਗਦਾ ਕਿ ਮੈਂ ਖਤਮ ਹੀ ਹੋ ਗਿਆ। ਅੱਜ ਸਾਡੇ ਉੱਤੇ ਮੰਨ ਲਓ ਕੋਈ, ਫਰਜ਼ ਕਰੋ ਕੋਈ ਐਸਾ ਗੱਲ ਹੋ ਜਾਏ ਕਿ ਛੜੀ ਘੁਮਾ ਕੇ ਸਾਡਾ ਅਤੀਤ ਖਤਮ ਕਰਤਾ ਜਾਏ, ਸਾਡੀ ਪਿਛਲੀ ਸਭ ਕੁਝ ਖਤਮ ਹੈ, ਅੱਜ ਤੋਂ ਬਿਲਕੁਲ ਤੇਰਾ ਪਿਛਲਾ ਕੁਝ ਨਹੀਂ ਹੈਗਾ। ਹੁਣ ਬੰਦਾ ਕੀ ਕਹੇਗਾ, ਮੈਂ ਕੌਣ, ਮੇਰਾ ਨਾਮ ਪਤਾ ਹੀ ਨਹੀਂ,
ਉਹ ਮੈਂ ਤੇ ਰਿਹਾ ਹੀ ਨਹੀਂ, ਤੇ ਉਹ ਐਸਾ ਲੱਗਦਾ ਕਿ ਮੈਂ ਹੈ ਹੀ ਨਹੀਂ। ਜੇ ਉਹਦਾ ਅਤੀਤ ਖਤਮ ਹੋ ਜਾਏ ਨਾ, ਉਹਦੇ ਦੁੱਖਾਂ ਦੇ 'ਚ ਵੀ ਬੜਾ ਮਜ਼ਾ, ਅਤੀਤ ਦੇ ਦੁੱਖਾਂ ਦੇ 'ਚ ਬੜਾ ਮਜ਼ਾ ਆਉਂਦਾ ਹੈ। ਮੇਰੀ ਡਿਗਰੀ, ਮੇਰਾ ਉਹ ਸਾਰਾ ਤੇ ਉਹ ਤੇ ਸਾਰਾ ਪਿਛਲਾ ਇਤਿਹਾਸ ਹੋ ਗਿਆ ਨਾ। ਉਹ ਤੇ ਮੈਂ ਇੰਨਾ ਕਮਾਇਆ ਸੀ, ਉਹ ਤੇ ਖਤਮ ਹੋ ਗਿਆ। ਮੇਰਾ ਐ ਸੀ, ਮੇਰਾ ਨਾਮ ਸੀ, ਮੇਰੀ ਜਾਤ ਸੀ, ਉਹ ਸਭ ਕੁਝ ਖਤਮ ਹੋ ਗਿਆ। ਤੇ ਫਿਰ ਉਹ ਰਿਹਾ ਹੀ ਨਹੀਂ ਇਨਸਾਨ ਤੇ ਕੁਝ, ਭਾਵੇਂ ਜਿੰਦਿਆ ਜਾਂਦਾ, ਉਹ ਤੇ ਕਹਿੰਦਾ ਮੈਂ ਹੈ ਹੀ ਨਹੀਂ, ਕੁਝ ਹੈ ਹੀ ਨਹੀਂ। ਕਬੀਰ ਸਾਹਿਬ ਦਾ ਇੱਕ ਬੜਾ ਪਿਆਰਾ ਸ਼ਲੋਕ ਹੈਗਾ, ਸ਼ਬਦ ਹੈਗਾ। ਕਬੀਰ ਸਾਹਿਬ ਉਹਦੇ ਵਿੱਚ ਕਹਿੰਦੇ ਨੇ ਕਿ ਜਦੋਂ ਮੈਂ ਆਪਣੇ ਆਪ ਨੂੰ ਮਾਰ ਲਿਆ ਨਾ, ਤੇ ਪਰਮਾਤਮਾ ਦੇ ਦਰ ਤੇ ਗਿਆ, ਤੇ ਰੱਬ ਨੇ ਮੈਨੂੰ ਕਿਹਾ ਤੂੰ ਕਬੀਰ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਨਾ, ਮੈਂ ਤੇ ਹੈ ਹੀ ਨਹੀਂ, ਮੈਂ ਤੇ ਕਬੀਰ ਵੀ ਨਹੀਂ ਹੈਗਾ। ਕਿਉਂਕਿ ਕਬੀਰ ਦੇ ਲਫ਼ਜ਼ੀ ਅਰਥ ਕਰੀਏ ਮਾਨਕੋਸ਼ ਦੇ, ਕਬੀਰ ਦੇ ਲਫ਼ਜ਼ ਅਰਥ ਹੈਗੇ ਨੇ ਵੱਡਾ। ਤੇ ਕਹਿੰਦੇ ਮੈਂ ਆਪਣੇ ਕਬੀਰ ਕਹਾਂ, ਤੇ ਮੈਂ ਤੇ ਆਪਣੇ ਆਪ ਨੂੰ ਵੱਡਾ ਕਹਿ ਰਿਹਾ ਨਾ। ਤੇ ਕਹਿੰਦੇ ਮੈਂ ਕਬੀਰ ਵੀ ਨਹੀਂ ਹੈਗਾ। ਇਤਨੀ ਨਿਮਰਤਾ ਦੇ ਇੰਨੇ ਥੱਲੇ ਜਾ ਕੇ ਕਬੀਰ ਸਾਹਿਬ ਉਹ ਸ਼ਬਦ ਹੈਗਾ, ਕਬੀਰਾ ਤੂੰ ਹੀ, ਕਬੀਰ ਤੂੰ ਹੀ, ਤੇਰਾ ਨਾਮ ਕਬੀਰ, ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਹਨੂੰ ਕਹਿੰਦੇ ਨੇ ਕਬੀਰ ਮੋਏ ਮਰਨੇ ਕਾ ਚਾਹੋ ਹੈ, ਮਰੂ ਤੋਂ ਹਰ ਕੇ ਦਵਾਰ, ਮਤਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਮੇਰਾ ਨਾਮ ਹੀ ਕਬੀਰ ਨਹੀਂ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਕਬੀਰ ਤਾਂ ਕਹਵਾਂ ਜੇ ਮੈਂ ਵੱਡਾ ਆਪਣੇ ਆਪ ਨੂੰ ਸਮਝਾਂ। ਕਮਾਲ ਦੀ ਸਿਧਾਂਤ ਔਰ ਬਾਣੀ ਜਦੋਂ ਅਸੀਂ ਗਰਾਈਜ਼ ਕਰਦੇ ਹਾਂ, ਤਾਂ ਸਾਡੇ ਆਪਣੇ ਸਹਿਜ ਸੁਭਾਏ ਮੂੰਹ ਚੋਂ ਨਿਕਲਦਾ ਕਿ ਵਾਹ ਗੁਰੂ। ਫਿਰ ਸਾਨੂੰ ਧੱਕੇ ਨਾਲ ਨਹੀਂ ਕਹਿਣਾ ਪੈਂਦਾ। ਬਾਣੀ ਕਮਾਲ ਹੈਗੀ ਹੈ। ਮੈਂ ਆਪਣੇ ਇਸ ਕਰਕੇ ਨਹੀਂ ਕਿ ਅਸੀਂ ਗੁਰਬਾਣੀ ਦੇ ਪੜ੍ਹਦੇ ਹਾਂ, ਲੇਕਿਨ ਜਦੋਂ ਗੁਰਬਾਣੀ ਦੇ ਗਰਾਈਜ਼ ਜਾਂਦੇ ਹਾਂ, ਤਾਂ ਇਹ ਲਫ਼ਜ਼ ਆਪਣੇ ਆਪ ਮੂੰਹ ਨਿਕਲਦੇ ਨੇ ਕਿ ਕਮਾਲ ਹੈ, ਐਕਸਟ੍ਰੀਮ ਹੈ। ਸੋ ਇਸ ਜਿਹੜਾ ਇਹ ਜਿਹੜੀ ਮੌਤ ਹੈ ਨਾ, ਇਸ ਮੌਤ ਦੀ ਗੱਲ ਕੀਤੀ ਕਿ ਮਰਨੇ ਤੇ ਜਗ ਡਰੈ, ਜੀਵਿਆ ਲੋੜੇ ਸਭ ਕੋਈ। ਸਭ ਜੀਵਨ ਦੇ ਲੋੜਦੇ ਨੇ ਕਿ ਮੇਰੀ ਹੋਂਦ ਹੋਣੀ ਚਾਹੀਦੀ ਹਰ ਜਗ੍ਹਾ, ਦੁਨੀਆ ਮੈਨੂੰ ਜਾਣੇ ਕਿ ਮੈਂ ਕੌਣ ਹੈਗਾ। ਜੀਵਿਆ ਲੋੜੇ ਸਭ ਕੋਈ, ਜਿੰਨਾ ਮੇਰੀ ਮੈਂ ਹੋਏਗੀ ਉਹਨਾਂ ਤੇ ਮੈਂ ਜੀਵਾਂਗਾ, ਉਨੀ ਮੇਰੀ। ਸਾਰੇ ਇਲੈਕਸ਼ਨ ਜਿਹੜੇ ਹੋ ਰਹੇ ਨੇ ਜਾਂ ਜੋ ਵੀ ਹੈ ਪੋਸਟਰ ਲੱਗਦੇ ਨੇ ਵੱਡੇ ਵੱਡੇ ਲੈਣਾ ਲਾ ਕੇ, ਇਹਦੀ ਹੋਰ ਹੈ ਕੀ ਹੈ? ਆਪਣੀ ਫੋਟੋ ਇੰਨੀ ਵੱਡੀ ਲਾ ਕੇ ਸੜਕਾਂ ਤੇ ਲਾਈਆਂ ਕਿਸ ਵਾਸਤੇ? ਜੀਵਿਆ ਲੋੜੇ ਸਭ ਕੋਈ, ਦੁਨੀਆ ਜਾਣੇ ਕਿ ਮੈਂ ਕੌਣ ਹੈਗਾ, ਕਿੱਥੇ ਹੈਗਾ, ਮੇਰਾ ਨਾਮ ਪਤਾ ਲੱਗੇ। ਗੁਰ ਪ੍ਰਸਾਦੀ ਜੀਵਤ ਮਰੈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ, ਪ੍ਰਸਾਦ ਮਤਲਬ ਗੁਰ ਪ੍ਰਸਾਦੀ ਜੀਵਤ ਮਰੇ, ਜੋ ਇਸ ਜੀਂਦੇ ਜੀ ਮਰ ਜਾਂਦਾ ਹੈ। ਹੁਣ ਉਹ ਕਹਿੰਦੇ ਨੇ ਜਿਹੜੀ ਉਹਨੂੰ ਕਹਿੰਦੇ ਨੇ ਜੀਵਨ ਮੁਕਤ ਦੀ ਗੱਲ ਕੀਤੀ ਇਹਦੇ ਵਿੱਚ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅੜਿਆ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜੜਿਆ। ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ। ਜਿਹੜਾ ਇਹ ਮਰ ਕੇ ਜੀਂਦੇ ਨੇ, ਆਪਣੀ ਮੈਂ ਨੂੰ ਮਾਰ ਕੇ ਜਿਹੜੇ ਜੀ ਰਹੇ ਹੁੰਦੇ ਨਾ, ਉਹ ਇਸ ਐਕਚੁਅਲ ਦੇ ਜੀ ਰਹੇ ਹੁੰਦੇ ਨੇ। ਉਹਨਾਂ ਨੂੰ ਹੁਕਮ ਦੀ ਬੂਝ ਹੁੰਦੀ ਹੈ। ਹੁਕਮ ਦੀ ਕਈ ਵਾਰੀ ਗੱਲ ਕਰਦੇ ਆ, ਹੁਕਮ ਦੀ ਮੈਕਸਿਮਮ ਗੱਲ ਜਿੱਥੇ ਵੀ ਆਈ ਹੈ ਨਾ, ਉੱਥੇ ਆ ਜਾਂਦਾ ਹੁਕਮ ਬੂਝੈ, ਹੁਕਮ ਨੂੰ ਜਾਣੋ, ਹੁਕਮ ਨੂੰ ਪਛਾਣੋ। ਹੁਕਮ ਇੰਨਾ ਵੱਡਾ ਸਿਧਾਂਤ ਹੈਗਾ, ਜਿਸ ਨੂੰ ਹੁਕਮ ਦੀ ਬੂਝ ਆ ਗਈ ਨਾ, ਇਹ ਬੜੀ ਬਰੀਕ ਗੱਲ ਹੈਗੀ। ਹੁਕਮ ਦੀ ਬੂਝ ਆਣੀ ਭਾਵ ਗੁਰਬਾਣੀ ਦੀ ਇੱਕ ਬੜੀ ਵੱਡੀ ਹਰਡਲ ਪਾਰ ਹੋ ਜਾਂਦੀ। ਬੜੀ ਵੱਡੀ ਹਰਡਲ ਗੁਰਬਾਣੀ ਦੇ ਸਿਧਾਂਤਾਂ ਦੀ ਕੰਪਲੀਟ ਹੁੰਦੀ ਹੈ ਜਦ ਅਸੀਂ ਹੁਕਮ ਨੂੰ ਬੂਝ ਲੈਂਦੇ ਹਾਂ। ਜਿੱਥੇ ਵੀ ਹੁਕਮ ਦੀ ਗੱਲ ਆਈ ਹੈ ਤੇ ਨਾਲ ਬੂਝਣਾ ਲਿਖਿਆ ਹੋਇਆ, ਨਾਨਕ ਹੁਕਮੇ ਜੇ ਬੁਝੇ। ਕਿਤਨੇ ਹੀ ਐਗਜ਼ਾਮਪਲ ਲੈ ਲਓ ਗੁਰਬਾਣੀ, ਜਿੱਥੇ ਹੁਕਮ ਦੀ ਗੱਲ ਆਏਗੀ ਤਕਰੀਬਨ ਮੈਕਸਿਮਮ ਜਗ੍ਹਾ ਤੇ ਹੁਕਮ ਪਛਾਣੋ, ਨਾਨਕ ਹੁਕਮ ਪਛਾਣ ਕੇ ਹੁਕਮੇ ਬੂਝੇ ਤਾਂ ਦਰ ਸੂਝੇ। ਪਤਾ ਨਹੀਂ ਕਿਤਨੇ ਹੀ ਐਗਜ਼ਾਮਪਲ ਤੁਸੀਂ ਗੁਰਬਾਣੀ 'ਚ ਦੇਖ ਲਓ, ਤੇ ਤੁਹਾਨੂੰ ਹਰ ਜਗ੍ਹਾ ਗੁਰਬਾਣੀ ਦੇ ਨਾਲ ਹੁਕਮ ਬੂਝੇ, ਹੁਕਮ ਸੂਝੇ, ਹੁਕਮ ਪਛਾਣ, ਹੁਕਮ ਨੂੰ ਜਾਣ, ਇਸ ਤਰ੍ਹਾਂ ਦੀ ਗੱਲ ਮਿਲੇਗੀ, ਕਿਉਂਕਿ ਇਹ ਬੜੀ ਬਰੀਕ ਹੈਗੀ ਹੈ। ਸੋ ਇੱਕ ਜਗ੍ਹਾ ਕਹਿੰਦੇ ਨੇ ਅੱਖੀ ਬਾਝੋਂ ਦੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਵੇ ਬਾਝੋਂ ਬੋਲਣਾ, ਇਹੋ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮੇਰਾ। ਇੱਥੇ ਹੁਕਮ ਪਛਾਣ ਦੀ ਗੱਲ ਕੀਤੀ ਹੈ। ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਸੋ ਇੱਥੇ ਕਹਿੰਦੇ ਗੁਰ ਪ੍ਰਸਾਦੀ ਜੀਵਤ ਮਰੈ। ਉਹ ਜਿਹੜੀ ਜੀਵਨ ਮੁਕਤ ਦੀ ਅਸੀਂ ਪਹਿਲੇ ਗੱਲ ਕੀਤੀ ਹੈ ਨਾ, ਉਸ ਜੀਵਨ ਮੁਕਤ ਨੂੰ ਜਿਹੜਾ ਸਮਝ ਜਾਂਦਾ ਹੈ, ਭਾਵ ਉਹਨੂੰ ਹੁਕਮ ਦੀ ਬੂਝ ਹੋਈ ਹੈ।
ਜਾਂ ਇਸ ਤਰ੍ਹਾਂ ਕਰੋ ਕਿ ਜਿਹਨੂੰ ਹੁਕਮ ਦੀ ਬੂਝ ਹੋ ਗਈ ਉਹ ਜੀਵਨ ਮੁਕਤ ਹੋ ਗਿਆ, ਉਹ ਜਿੰਦਿਆਂ ਜੀ ਮਰ ਸਕਦਾ। ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ। ਇਸ ਤਰ੍ਹਾਂ ਦੀ ਮਰਨੀ ਜੋ ਮਰਦਾ ਹੈ, ਜਿਹਦੀ ਉੱਪਰ ਜ਼ਿਕਰ ਕੀਤਾ, ਆਪਣੀ ਮੈਂ, ਆਪਣੀ ਹੋਮੇ, ਆਪਣੇ ਅਹੰਕਾਰ ਨੂੰ ਮਾਰ ਦੇਣ ਵਾਲੀ ਜਿਹੜੀ ਮੌਤ ਹੈਗੀ ਹੈ। ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ, ਜਿਹਨੂੰ ਅਸੀਂ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ। ਤਾਂ ਫਿਰ ਮਰਨ ਨਾ ਹੋਈ, ਤਾਂ ਫਿਰ ਉਹ ਆਤਮਕ ਮੌਤ ਨਹੀਂ ਮਰਦਾ। ਇੱਕ ਵਾਰੀ ਸ਼ਬਦ ਭਾਵੇਂ ਗਿਆਨ ਦੇ ਨਾਲ ਜਿਹੜਾ ਆਪਣੇ ਆਪ ਨੂੰ ਮਾਰ ਕੇ ਤੇ ਫਿਰ ਜਿਹੜੀ ਉਹ ਨਵਾਂ ਜੀਵਨ ਮਿਲਦਾ ਨਾ ਉਹਨੂੰ, ਫਿਰ ਉਹਦੀ ਆਤਮਕ ਮੌਤ ਨਹੀਂ ਹੁੰਦੀ। ਇਹ ਸਾਰੀਆਂ ਜਦੋਂ ਕਨਸੈਪਟ ਸਮਝਾਂਗੇ ਨਾ ਤੇ ਫਿਰ ਬੜੀਆਂ ਸਾਰੀ ਚੀਜ਼ਾਂ, ਇੱਕ ਸ਼ਬਦ ਆਉਂਦਾ ਜਨਨੀ ਜਾਨਤ ਹੈ ਸੁਤ ਬੜਾ ਹੋਤਾ ਹੈ, ਉਹਦੇ ਘੁਮਾ ਦਿੱਤਾ ਗਿਆ ਨਾ ਸਾਨੂੰ ਕਿ ਇਹ ਮਾਂ ਕਹਿ ਦੇਖ ਰਹੀ ਹੈ ਕਿ ਪੁੱਤਰ ਵੱਡਾ ਹੋ ਰਿਹਾ ਲੇਕਿਨ ਇਹਦੀ ਉਮਰ ਘਟ ਰਹੀ ਹੈ। ਉਹ ਪੂਰਾ ਸ਼ਬਦ ਪੜੋ ਤੇ ਪੂਰੇ ਸ਼ਬਦ ਮੈਂ ਦੇਖ ਰਿਹਾ ਸੀ ਕਿ ਉਹਦੇ ਚ ਕਹਿੰਦੇ ਨੇ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਸ਼ਚੋ ਮਰਨਾ। ਪਹਿਲੇ ਗੱਲ ਕੀਤੀ ਜਿਹੜੀ ਉੱਪਰ, ਜਿਹੜੀ ਇਹ ਵਿਖਿਆ ਦੇ ਰਸ ਚ ਪਿਆਰ ਹੈ ਨਾ, ਇਹਦੇ ਤੇ ਤੇਰੀ ਮੌਤ ਨਿਸ਼ਚਿਤ ਹੈਗੀ ਹੈ। ਕਹੋ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਸ਼ਚੋ ਮਰਨਾ, ਇਹਦੇ ਚ ਮਰਨਾ ਤੇਰਾ ਨਿਸ਼ਚਿਤ ਹੈ। ਲੇਕਿਨ ਅਖੀਰ ਜਿਹੜੀ ਗੱਲ ਕੀਤੀ ਕਹਿੰਦੇ ਨੇ ਇਤ ਸੰਗਤ ਨਹੀਂ ਮਰਨਾ, ਹੁਕਮ ਪਛਾਣ ਤਾਂ ਖਸਮੇ ਮਿਲਣਾ। ਫਿਰ ਹੁਕਮ ਪਛਾਣ ਦੀ ਗੱਲ ਕੀਤੀ, ਜਿਹਨੇ ਹੁਕਮ ਪਛਾਣ ਲਿਆ ਨਾ, ਜਿਹਨੇ ਇਤ ਸੰਗਤ ਨਹੀਂ ਮਰਨਾ, ਹੁਣ ਨਹੀਂ ਮਰੇਗਾ। ਦੋਨੋਂ ਮੌਤਾਂ ਦਾ ਜ਼ਿਕਰ ਉਸ ਸ਼ਬਦ ਵਿੱਚ ਕੀਤਾ ਤੇ ਸਾਨੂੰ ਇਹ ਵੀ ਸਮਝਣਾ ਪਏਗਾ ਕਿ ਇਸ ਜਨਨੀ ਔਰ ਸੁੱਤ ਕਿਹਨੂੰ ਕਿਹਾ। ਕਦੀ ਕਰਾਂਗੇ ਇਸ ਸ਼ਬਦ ਨੂੰ। ਸੋ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ, ਤਾਂ ਉਹਦਾ ਸਦ ਜੀਵਨ ਭਾਵ ਫਿਰ ਉਹ ਨਹੀਂ ਮਰਦਾ, ਫਿਰ ਉਹ ਹਮੇਸ਼ਾ ਤੱਕ ਰਹਿੰਦੀ ਦੁਨੀਆ ਤੱਕ ਜਿੰਦਾ ਹੈ। ਹੁਣ ਉਹ ਸਮਝ ਆਉਂਦੀ ਹੈ ਗੱਲ ਕਿ ਜਿਹੜੀ ਅਸੀਂ ਸ਼ੁਰੂਆਤ ਵਿੱਚ ਕੀਤੀ ਸੀ ਨਾ 4 ਸਾਹਿਬਜ਼ਾਦਿਆਂ ਦੀ। 4 ਸਾਹਿਬਜ਼ਾਦੇ ਅੱਜ ਵੀ ਉਹਨਾਂ ਦਾ ਹਿਸਟਰੀ ਬਣੀ ਤੇ ਅੱਜ ਵੀ ਪੂਰੀ ਕੌਮ ਨੂੰ ਅਗਵਾਈ ਦੇ ਰਹੇ ਨੇ। ਅੱਜ ਵੀ ਉਹ ਜੀਵਨ ਜੀਂਦੇ ਨੇ ਕਿਉਂਕਿ ਗੁਨਾਹ ਕਰਕੇ ਜੀਂਦੇ ਨੇ। ਭਾਈ ਮਨੀ ਸਿੰਘ ਜੀ, ਭਾਈ ਜਿਤਨੇ ਵੀ ਅਸੀਂ, ਭਾਈ ਸਤੀਦਾਸ ਜੀ, ਜਿਤਨੇ ਵੀ ਅਸੀਂ, ਬੰਦਾ ਸਿੰਘ ਬਹਾਦਰ, ਜਿਤਨੇ ਵੀ ਅਸੀਂ ਇਹ ਪਹਿਲੇ ਜ਼ਿਕਰ ਕੀਤਾ ਸ਼ਹੀਦਾਂ ਦਾ, ਉਹ ਅੱਜ ਵੀ ਜੀਂਦੇ ਨੇ ਕਿਉਂਕਿ ਗੁਣ ਕਦੀ ਨਹੀਂ ਮਰਦੇ। ਉਹ ਹਮੇਸ਼ਾ ਰਹਿੰਦੀ ਦੁਨੀਆ ਤੱਕ ਉਹ ਜੀਵਨ ਉਹਨਾਂ ਦਾ ਰਹੇਗਾ ਕਿਉਂਕਿ ਉਹ ਕੌਮ ਦੀ ਅਗਵਾਈ ਕਰਦੇ ਰਹਿਣਗੇ। ਇਸੇ ਜੀਵਨ ਨੂੰ ਸਦ ਜੀਵਨ ਕਿਹਾ। ਸੋ ਪੂਰੇ ਸ਼ਬਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਤੇ ਵੀ ਸਰੀਰਕ ਮੌਤ ਦੀ ਗੱਲ ਨਹੀਂ ਹੈ, ਅੰਦਰ ਦਾ ਜੀਵਨ, ਅੰਦਰ ਦੀ ਮੌਤ ਦੀ ਗੱਲ ਕੀਤੀ ਹੈ। ਕਿਸ ਤਰੀਕੇ ਦੇ ਨਾਲ ਇਹ ਕਿਆ ਜਾਣਾ ਕਿ ਹੁਣ ਆਪਣੀ ਮੈਂ ਹੋਮੇ ਨੂੰ ਮਾਰ ਕੇ ਕਿਸ ਤਰ੍ਹਾਂ ਮਰ ਸਕਦੀ ਹੈ। ਤਾਂ ਕਹਿੰਦੇ ਨੇ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ